ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਤੂੰ ਮਤ ਮਾਣ ਕਰੈ ਕਿ ਹੋਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਏ ਦੀ ਬਿਰਤੀ ਨੂੰ ਲੈਂਦੇ ਹੋਏ, ਅਤੇ ਗੁਰ ਸਮਝਾਵੈ ਸੋਝੀ ਹੋਏ, ਗੁਰਮੁਖ ਵਿਰਲਾ ਬੂਝੈ ਕੋਏ। ਅਨੁਸਾਰ ਇਹ ਜੀਵਨ ਸੋਝੀ ਕਲਾਸਿਸ ਵਿੱਚ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਦੁਆਰਾ ਆਪਣੇ ਜੀਵਨ ਨੂੰ ਉੱਚਿਆਂ ਕਰਨ ਦਾ ਅਤੇ ਆਨੰਦ ਦੀ ਅਵਸਥਾ ਨੂੰ ਮਾਣਨ ਦਾ ਉਪਰਾਲਾ ਕੀਤਾ ਗਿਆ ਹੈ। ਗੁਰਬਾਣੀ ਸਿਧਾਂਤ ਜਾਂ ਗੁਰਬਾਣੀ ਉਚਾਰਨ ਦੀਆਂ ਗਲਤੀਆਂ ਨੂੰ ਗੁਰੂ ਕੋਲੋਂ ਖਿਮਾ ਦੇ ਜਾਚਕ ਹਾਂ ਅਤੇ ਸੁਤ ਖਿਨ ਖਿਨ ਭੂਲ ਵਿਗਾੜ ਪਿਤਾ ਸਮਝਾਵੇਂਗੇ ਦੀ ਜਾਚਨਾ ਕਰਦੇ ਹਾਂ। ਉਮੀਦ ਹੈ ਇਹਨਾਂ ਵੀਡੀਓਜ਼ ਦੁਆਰਾ ਸੱਚ ਦੇ ਪਾਂਦੀ ਨੂੰ ਆਪਣੇ ਜੀਵਨ ਸਫ਼ਰ ਲਈ ਇਹ ਵਿਚਾਰਾਂ ਲਾਹੇਵੰਦ ਸਿੱਧ ਹੋਣਗੀਆਂ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਲਾਸ ਆਨੰਦ ਸਾਹਿਬ ਦੇ ਵਿੱਚ ਅਸੀਂ ਆਪਣੀ ਚੜ੍ਹਦੀ ਕਲਾ ਵਾਲਾ ਸ਼ਬਦ ਸਾਰੇ ਪੜਾਂਗੇ ਮਿਲ ਕੇ, ਅਤੇ ਨਾਲ ਹੀ ਪਹਿਲੀਆਂ 5 ਪੌੜੀਆਂ ਨੂੰ ਪੜਾਂਗੇ। ਤੁਸੀਂ 3 ਪੌੜੀਆਂ ਵਿਚਾਰ ਕਰ ਚੁੱਕੇ ਹੋ ਮੇਰੇ ਨਾਲ। ਸੋ ਜਦੋਂ ਤੁਸੀਂ ਪੜੋਗੇ ਤਾਂ ਪੜਨ ਵਕਤ ਕੋਸ਼ਿਸ਼ ਕਰਨਾ ਕਿ ਲਫ਼ਜ਼ ਦੇ ਨਾਲ ਨਾਲ ਤੁਸੀਂ ਉਸਦੇ ਭਾਵ ਨੂੰ ਵੀ ਥੋੜਾ ਜਿਹਾ ਧਿਆਨ ਵਿੱਚ ਰੱਖ ਰਹੇ ਹੋ। ਐਂਡ ਅਸੀਂ ਇਹ ਪ੍ਰੈਕਟਿਸ ਕਰਦੇ ਹਾਂ ਆਪਣੀ ਕਲਾਸ ਦੇ ਵਿੱਚ ਬੱਚਿਆਂ ਨਾਲ ਵੀ ਕਿ ਜਿਉਂ ਹੀ ਅਸੀਂ ਭਾਵ ਦੇ ਵਿੱਚ ਧਿਆਨ ਰੱਖਣਾ ਸ਼ੁਰੂ ਕਰਦੇ ਹਾਂ ਤਾਂ ਹੀ ਸਾਡਾ ਮਨ ਉੱਥੇ ਟਿਕਣਾ ਸ਼ੁਰੂ ਹੋ ਜਾਂਦਾ ਹੈ। ਮਨ ਦੇ ਭਟਕਣ ਦਾ ਕਾਰਨ ਹੈ ਕਿ ਸਾਨੂੰ ਭਾਵ ਦੇ ਵਿੱਚ ਅਸੀਂ ਜਾ ਨਹੀਂ ਸਕਦੇ। ਸੋ ਇਸੇ ਤਰੀਕੇ ਅਸੀਂ ਜ਼ਿੰਦਗੀ ਦੇ ਭਾਵ ਵਿੱਚ ਜਦੋਂ ਚਲੇ ਜਾਵਾਂਗੇ ਨਾ ਕਿ ਮੇਰੇ ਜ਼ਿੰਦਗੀ ਦਾ ਕੀ ਭਾਵ ਕੀ ਹੈ, ਫੋਕਸ ਕੀ ਹੈ, ਮਕਸਦ ਕੀ ਹੈ, ਤਿਉਂ ਹੀ ਮਨ ਭਟਕਣਾ ਆਪਣੇ ਆਪ ਬੰਦ ਕਰ ਦੇਗਾ। ਸੋ ਇਹ ਟੈਕਨੀਕ ਹੈ। ਤੇ ਇੱਕ ਦਿਨ ਇਸ ਦੀ ਵਿਚਾਰ ਦੇ ਵਿੱਚ ਮੈਂ ਆਪਣੇ ਕਿਸੇ ਯੰਗ ਬੱਚੇ ਦੇ ਨਾਲ ਸਾਂਝ ਕਰ ਰਹੀ ਸੀ ਕਿ ਵੀ ਹੈਵ ਵੈਰੀ ਗੁੱਡ ਸੌਂਗਸ ਆਲਸੋ ਵਿਚ ਇਨਸਪਾਇਰ ਅਸ, ਪੋਇਟਰੀ ਆਲਸੋ ਹੈ ਨਾ, ਸਾਨੂੰ ਜਿਹੜੀ ਇਨਸਪਾਇਰ ਕਰਦੀ ਹੈ। ਸੋ ਵਾਟ ਐਗਜ਼ੈਕਟਲੀ ਇਜ਼ ਦਾ ਡਿਫਰੈਂਸ ਕਿ ਗੁਰਬਾਣੀ ਤੋਂ ਸਾਨੂੰ ਚੜ੍ਹਦੀ ਕਲਾ ਜਿਹੜੀ ਮਿਲਦੀ ਹੈ ਅਤੇ ਜਿਹੜੀ ਦੂਜੇ ਪਾਸੋਂ ਮਿਲਦੀ ਹੈ, ਕਿ ਉਹਦੇ ਵਿੱਚ ਕੋਈ ਮਾਈਨਿਊਟ ਡਿਫਰੈਂਸ ਹੈ? or is it okay not to do Gurbani and do with very good songs? है ना, inspiring songs कितने वधिया ने, कितने चंगे lyrics होंदे ने। सो ਤੁਹਾਡੇ ਵਿੱਚੋਂ ਕੋਈ ਸਾਂਝ ਕਰ ਸਕਦਾ ਹੈ ਕਿ ਬੇਸਿਕ ਡਿਫਰੈਂਸ ਕੀ ਹੋ ਸਕਦਾ ਹੈ? ਅਸੀਂ ਡਿਨਾਈ ਨਹੀਂ ਕਰ ਸਕਦੇ ਕਿ ਚੰਗੇ Song ਨਹੀਂ ਨੇ, there are good songs, ਹੈ ਨਾ, right? The thing that just came to my mind is ਜਿਹੜੇ ਗਾਣੇ ਸੁਣੀਦੇ ਆ, like ਕੱਲ ਹੀ ਸੁਣ ਰਹੀ ਸੀ ਤਾਂ ਹੀ ਮੇਰੇ ਦਿਮਾਗ 'ਚ ਆਇਆ ਉਹ ਗਾਣਾ ਸੀ, ਇਤਨੀ ਸ਼ਕਤੀ ਹਮੇ ਦੇਣਾ ਦਾਤਾ, ਸਮਥਿੰਗ ਲਾਈਕ ਦੈਟ। ਉਹਦੇ ਨਾਲ ਦਿਲ ਤੇ ਟੁੱਟਦਾ ਹੈ, ਪਰ देयर वाज some kind of I find I was attaching to the song. With the Bani, it's I like to go into the powers. ਅੱਛਾ, ਓਕੇ। ਹਾਂਜੀ, ਇੱਕ ਹੋਰ ਡਿਫਰੈਂਸ ਜੋ ਮਤਲਬ ਬਾਣੀ ਦੀ ਜਿਹੜੀ ਸਮਝ ਹੈ ਉਹ ਘੱਟ ਹੈ, ਰਾਈਟ। ਉਸ ਕਰਕੇ ਉਹਦੇ ਤੇ ਬੰਦਾ ਉਨਾ ਜ਼ਿਆਦਾ ਨਹੀਂ ਉਹਨੂੰ ਅੰਡਰਸਟੈਂਡ ਕਰ ਸਕਦਾ। ਓਕੇ। ਤੇ ਜਦੋਂ ਗਾਣੇ ਹੈ ਜਿਵੇਂ ਸੂਫੀ ਮਿਊਜ਼ਿਕ ਹੈਗਾ, ਰਾਈਟ, ਨੁਸਰਤ ਸਾਹਿਬ ਦੇ ਹੈ ਜਾਂ ਕਿਸੇ ਵੀ ਅੱਛੇ ਸਿੰਗਰ ਦੇ ਹੈਗੇ, ਜੋ ਤੁਸੀਂ ਸੁਣਦੇ ਹੋ ਯੂ ਇੰਜੋਏ ਦੈਮ ਮੋਰ, ਤੁਸੀਂ ਜ਼ਿਆਦਾ ਮੋਟੀਵੇਟ ਹੁੰਦੇ ਹੋ, ਜ਼ਿਆਦਾ ਤੁਸੀਂ ਚੜ੍ਹਦੀ ਕਲਾ ਵੱਲ ਜੇ ਉਸ ਤਰ੍ਹਾਂ ਦਾ ਗਾਣਾ ਸੁਣਦੇ ਹੋ। ਓਕੇ, ਸੋ ਮੈਂ ਤੁਹਾਨੂੰ ਬੇਸਿਕ ਡਿਫਰੈਂਸ ਦੱਸਣੀ ਹੈ ਦੋਨਾਂ ਦੀ ਇਨਸਪੀਰੇਸ਼ਨ ਦਾ। ਕੋਈ ਵੀ ਗਾਣਾ, ਪੋਇਟਰੀ ਜਾਂ ਇਸ ਤਰ੍ਹਾਂ ਦੇ ਕੋਈ ਵੀ ਲਿਰਿਕਸ ਜਿਹੜੇ ਨੇ, ਮੋਸਟ ਆਫ ਦਾ ਟਾਈਮ ਜਦੋਂ ਉਹ ਕੰਪੋਜ਼ ਕੀਤੇ ਜਾਂਦੇ ਨੇ ਤੇ ਉਹ ਮਾਇਆ ਦੇ 3 ਗੁਣਾਂ ਦੇ ਡਿਫਰੈਂਟ ਰੰਗਾਂ ਦੇ ਕੰਬੀਨੇਸ਼ਨ ਨੂੰ ਪਾ ਕੇ ਬਣਾਏ ਜਾਂਦੇ ਨੇ। ਜਿਵੇਂ ਕਹਿੰਦੇ ਨਾ, ਇਹ ਰੰਗ ਕਿਵੇਂ ਬਣਿਆ, ਇਟਸ ਅ ਕੰਬੀਨੇਸ਼ਨ ਆਫ ਰੈਡ ਐਂਡ ਬਲੈਕ ਵੈਸੇ। ਸੋ ਜਿਹੜੇ ਕੰਪੋਜੀਸ਼ਨ ਆਫ ਸੌਂਗਸ ਹੁੰਦੀ ਹੈ, ਮੋਸਟ ਆਫ ਦਾ ਟਾਈਮ ਜਿਹੜਾ ਕੰਪੋਜ਼ ਕਰਨ ਵਾਲਾ ਹੁੰਦਾ ਹੈ ਉਹਦੀ ਬਿਰਤੀ ਮਾਇਆ ਦੇ ਜਿਹੜੇ ਉਸਨੇ ਰੰਗ ਦੇਖੇ ਹੁੰਦੇ ਨੇ ਉਹ ਉਹਨਾਂ ਨੂੰ ਮਿਕਸ ਐਂਡ ਮੈਚ ਕਰਕੇ ਦਿੰਦਾ ਹੈ। ਸੋ ਦੈਟ ਮੀਨਸ ਉਹਨਾਂ ਦੀ ਜਿਹੜੀ ਲੈਵਲ ਆਫ ਸੁਰਤਾ, ਕੌਨਸ਼ੀਅਸਨੈਸ ਜਿਹੜੀ ਹੈ ਨਾ, ਉਹ ਮਾਇਆ ਤੋਂ ਉੱਪਰ ਵਾਲੀ ਹਮੇਸ਼ਾ ਨਹੀਂ ਹੁੰਦੀ। ਸਮਟਾਈਮ ਇਟ ਟਰਾਈਜ਼ ਟੂ ਟੱਚ ਦੇਅਰ, ਸਮਟਾਈਮ ਇਟ ਅਗੇਨ ਉਹਨੇ ਕੰਪੋਜ਼ ਕਰਨਾ ਹੁੰਦਾ ਹੈ ਨਾ ਤੇ ਉਹਦਾ ਲਿਰਿਕਸ ਫਿਰ ਨੀਚੇ ਆ ਜਾਂਦਾ ਹੈ।
ਇਸੀ ਕਰਕੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਕਿਤਨੇ ਲੋਕ ਆਪਣੀਆਂ ਬਾਣੀਆਂ ਲੈ ਕੇ ਆਏ ਸੀ ਕਿ ਸਾਡੀਆਂ ਵਿੱਚ ਪਾ ਦਿਓ। ਐਂਡ ਕੀ ਕੀਤਾ ਸੀ? ਗੁਰੂ ਸਾਹਿਬ ਨੇ ਪਾਈਆਂ ਸਨ? ਨਹੀਂ, ਉਹ ਰਿਜੈਕਟ ਹੋ ਗਈਆਂ ਸਨ ਕਿਉਂਕਿ ਉਹ ਮਾਇਆ ਦੇ ਕਿਸੇ ਇੱਕ ਰੰਗ ਦੇ ਵਿੱਚੋਂ ਆਪਣਾ ਰੰਗ ਦਿਖਾ ਰਹੀਆਂ ਸਨ। ਐਂਡ ਗੁਰਬਾਣੀ ਇਜ਼ ਬਿਯੋਂਡ ਦੈਟ। Always message is it will take you above all the three gun virtue of Maya. Excuse me, ਤੇ ਤਿੰਨ ਵਰਚੂਸ ਕਿਹੜੇ ਨੇ Maya ਦੇ ਤਿੰਨ virtues ਓਕੇ ਤਮ ਗੁਣ, ਸਤ ਗੁਣ। ਇਹ ਮਾਇਆ ਦੇ ਤਿੰਨ ਰੰਗ ਨੇ। ਇਹਦੀ ਡਿਟੇਲ ਅਸੀਂ ਵਿੱਚ ਕਰਦੇ ਜਾਵਾਂਗੇ, ਬਟ ਇਨ ਸ਼ਾਰਟ ਤਮ ਗੁਣ ਕੀ ਹੈ? ਜਿਹਦੇ ਵਿੱਚ ਅਸੀਂ ਦੱਸੋ ਟੋਟਲੀ ਇਗਨੋਰੈਂਸ, ਰੱਬੀ ਨਿਯਮ ਦੇ ਬਾਰੇ ਬਿਲਕੁਲ ਨਹੀਂ ਸਮਝਦੇ ਤੇ ਅਸੀਂ ਵਿਚਰਦੇ ਹਾਂ, ਜਿਹਦੇ ਵਿੱਚੋਂ ਸਾਨੂੰ ਇਨਸਿਕਿਉਰਿਟੀ ਐਂਡ ਫੀਅਰ ਨਿਕਲਦੇ ਨੇ। ਉਹ ਤਮ ਗੁਣ ਹੈ ਮਾਇਆ ਦਾ। ਅਸੀਂ ਮਾਇਆ ਦੇ ਇਸ ਗੁਣ ਵਿੱਚ ਜਦੋਂ ਇੰਡਲਜ ਹੁੰਨੇ ਆ ਤੇ ਸਾਡੇ ਜੀਵਨ ਦੇ ਵਿੱਚ ਟੂ ਮਚ ਇਨਸਿਕਿਉਰਿਟੀ ਐਂਡ ਫੀਅਰ ਪੈਦਾ ਹੋ ਜਾਂਦੇ ਨੇ। ਇਹਨੂੰ ਤਮ ਗੁਣ ਕਹਿੰਦੇ ਨੇ। ਤਮ ਦਾ ਮਤਲਬ ਹਨੇਰਾ, ਇਗਨੋਰੈਂਸ ਵਾਲਾ। I just don't care। ਇਸ ਤੋਂ ਬਾਅਦ ਅਗਲਾ ਆ ਜਾਂਦਾ ਹੈ ਰਜਗੁਣ। ਰਜਗੁਣ ਕੀ ਹੈ? ਥੋੜਾ ਨਾਮ ਤੋਂ ਹੀ ਪਤਾ ਲੱਗ ਰਿਹਾ ਨਾ, ਰਾਜ ਕਰਨ ਦੀ ਵਾਲਾ। ਇੱਛਾ ਹੋਣੀ। ਰਾਜ ਦੀ ਇੱਛਾ ਮੀਨਸ ਪੋਜ਼ੈਸ ਕਰਨੀ। ਪੋਜ਼ੈਸ ਕਰਨ ਦਾ ਮਤਲਬ ਕਿ ਆਪਣਾ ਜੋ ਵੀ ਸਾਨੂੰ ਸਟੇਟਸ, ਪੈਸਾ, ਆਊਟਰ ਬਿਊਟੀ, ਕੁਝ ਵੀ ਸਾਨੂੰ ਜੋ ਮਿਲਿਆ ਹੈ ਉਸ ਦਾ ਯੂਜ਼ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਚਲਾਣਾ। ਰਜਗੁਣ। I have the power of being the mother, so I use it, you know, my dictatorship. ਜਿਹੜੀ ਆਪਣੀ ਪੋਜੀਸ਼ਨ ਹੈ ਪਾਵਰ ਦਾ ਰਾਈਟ, ਪਾਵਰ ਯੂਜ਼ ਕਰਨਾ। ਤੇ ਮਾਇਆ ਦਾ ਸਤ ਗੁਣ ਕਿਹੜਾ ਹੈ? ਫਿਰ ਉਸ ਤੋਂ ਬਾਅਦ ਦਾਨੀ ਬਣ ਜਾਣਾ। ਹਾਂ, ਕਿ ਮੈਂ ਸੱਚਾ ਸੁੱਚਾ, ਮੈਂ ਪਾਠ ਰਖਾਏ, ਮੈਂ ਅਖੰਡ ਪਾਠ ਰਖਾਏ, ਮੈਂ ਕੀਰਤਨ ਕਰਾਏ, ਮੈਂ ਲੰਗਰ ਕਰਾਇਆ, ਮੈਂ 4 ਵਜੇ ਉੱਠਿਆ। ਹੋਮੇ ਵਾਲਾ ਜੀਵਨ ਹੈ ਨਹੀਂ, ਸੱਚ ਦੇ ਉੱਤੇ ਹੋਮੇ ਆ ਜਾਣਾ, ਦੈਟ ਮੈਂ ਸੱਚਾ ਹਾਂ। ਓਕੇ। ਸੱਚਾ ਹੋਣਾ ਤੇ ਠੀਕ ਹੈ, ਬਟ ਉਸ ਸੱਚੇ ਹੋਣ ਤੋਂ ਬਾਅਦ ਜਿਹੜੀ ਹੋਮੇ ਤੰਗ ਕਰਦੀ ਹੈ ਨਾ, ਜਾਂ ਮੈਂ ਲੰਗਰ ਲਵਾਇਆ, ਵੀ ਮੈਂ ਤੂੰ ਕੈਂਪ ਮੈਨੂੰ ਧੋਖਾ ਲਵਾਇਆ। ਕਿਵੇਂ ਦੇ ਸਕਿਆ? ਹਾਂ ਵੀ ਮੈਂ ਤਾਂ ਇੰਨਾ ਵਧੀਆ ਬੰਦਾ ਸੀ। ਹਾਂ, ਯੂ نو that is ਸਭ ਤੋਂ ਡੇਂਜਰਸ ਕਹਿੰਦੇ ਨੇ ਇਹਨੂੰ, ਜਿਹੜਾ ਸਾਰੀ ਦੁਨੀਆ ਵਿੱਚ ਇਸ ਟਾਈਮ ਤੇ ਚੱਲ ਰਿਹਾ। ਸੱਤ ਗੁਣ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਤੇਰੀ ਸਭ ਮਾਇਆ, ਇਹ ਮਾਇਆ ਦੇ ਤੇਰੀਆਂ ਤਿੰਨੋਂ ਅਵਸਥਾਵਾਂ ਨੇ। ਤੇ ਗੁਰਬਾਣੀ ਤਾਂ ਸੁਣਿਆ ਹਮੇਸ਼ਾ ਇਸ ਤੋਂ ਉੱਪਰ ਹੁੰਦਾ ਹੈ। ਦੈਟਸ ਵਾਈ ਵੀ ਸੇ ਗੁਰਬਾਣੀ ਟੇਕਸ ਯੂ ਇਨ ਚੜ੍ਹਦੀ ਕਲਾ। ਇਹ ਫਰਕ ਹੈ, ਬਹੁਤ ਵੱਡਾ ਫਰਕ ਹੈ ਜੀ। ਬਹੁਤ ਵੱਡਾ songs ਦੇ ਵਿੱਚ ਫਰਕ ਉਹ ਹੈ। ਆਮ ਰਿਐਲਿਟੀ ਨੂੰ ਤਾਂ ਦਿਖਾ ਦਿੰਦੇ ਨੇ, ਪਰ ਉਹ ਤੁਹਾਨੂੰ ਚੜ੍ਹਦੀ ਕਲਾ 'ਚ ਨਹੀਂ ਲੈ ਕੇ ਨਹੀਂ, ਉਹ ਕਦੀ ਟੱਚ ਵੀ ਕਰ ਦੇਣਗੇ, ਦੇ ਵਿਲ ਕਮ Yeah, ਡਾਊਨ। ਇਟਸ ਲਾਈਕ ਅ ਗ੍ਰਾਫ, ਯੋ ਹੈ। ਪਰ ਜਿਹੜਾ ਨੇ Song ਲਿਖਿਆ ਉਸ ਦਾ ਆਪਣਾ ਮੈਂਟਲ ਲੈਵਲ ਉੱਥੇ ਤੱਕ ਉੱਥੇ ਨਹੀਂ ਤੱਕ ਨਹੀਂ ਪਹੁੰਚਿਆ ਹੁੰਦਾ। ਹੋਇਆ ਸੀ ਨਾ। ਉਹ ਤਾਂ ਸਿਰਫ ਇਹ ਫਰਕ ਹੈਗਾ ਹੈ ਬੇਸਿਕ। ਇਸ ਕਰਕੇ ਇਸ ਨੂੰ ਇਲਾਹੀ ਬਾਣੀ ਕਹਿ ਦਿੰਦੇ ਆ, ਹੈ ਨਾ, ਜੀਵਨ ਰੋਹ ਕਹਿ ਦਿੰਦੇ ਆ, ਆਤਮਕ ਕਹਿ ਦਿੰਦੇ ਆ। ਸੋ ਇਹ ਗੱਲ ਸ਼ੇਅਰ ਕਰਨ ਦਾ ਮਤਲਬ ਸੀ ਮੇਰਾ ਕਿ ਜਿਹੜਾ ਸਾਡਾ ਸੈਕੰਡ ਗ੍ਰਾਫ ਹੈ ਉਹ ਤੁਹਾਡਾ ਹੌਲੀ ਹੌਲੀ ਇੰਪਰੂਵ ਹੋਣਾ ਚਾਹੀਦਾ ਹੈ। ਤੁਸੀਂ ਡੈਫੀਨੇਟਲੀ ਉਸ ਤੇ ਐਕਸਰਸਾਈਜ਼ ਕੀਤੀ ਹੋਣੀ, ਬਟ ਹਰ ਗ੍ਰਾਫ ਨੂੰ ਮੈਂ 4 ਹਫ਼ਤਿਆਂ ਬਾਅਦ ਹੀ ਡਿਸਕਸ ਕਰਾਂਗੀ ਕਲਾਸ ਵਿੱਚ, ਬਿਕਾਜ਼ ਆਈ ਐਮ ਗਿਵਿੰਗ 4 ਵੀਕਸ ਐਕਸਰਸਾਈਜ਼ ਨਾ। ਤੇ 4 ਵੀਕ ਬਾਅਦ ਮੈਂ ਉਸ ਨੂੰ ਟੱਚ ਕਰਾਂਗੀ ਜਿਹੜਾ ਪਹਿਲਾਂ ਦਿੱਤਾ ਸੀ। ਸੋ ਤੁਸੀਂ ਆਪਣੇ ਆਪ ਨੂੰ ਆਫ ਐਂਡ ਔਨ ਦੇਖਣਾ ਹੈ ਉਸ ਉੱਤੇ ਕਿ ਆਰ ਯੂ ਗੋਇੰਗ ਡਾਊਨ। ਜਦੋਂ ਵੀ ਤੁਸੀਂ ਆਪਣਾ ਰਿਫਲੈਕਟ ਕਰਦੇ ਹੋ, ਪੜ੍ਹਦੇ ਹੋ ਬੈਠ ਕੇ ਕਿ ਵੇਅਰ ਡੂ ਆਈ ਸਟੇ, ਇਹਨੂੰ ਦੇਖ ਕੇ ਸਾਹਮਣੇ। ਸੋ ਬੜਾ ਈਜ਼ੀ ਟੂਲ ਹੈ ਤੁਹਾਡੇ ਵਾਸਤੇ ਵਿਚਰਨ ਦਾ। ਰਾਤ ਨੂੰ 5 ਮਿੰਟ ਵੀ ਤੁਸੀਂ ਲਗਾਓ ਤੇ ਯੂ ਕੈਨ ਗੋ ਥਰੂ ਇਟ। ਕਾਂਗੜਾ ਮਹਿਲਾ ਪੰਜਵਾਂ। कहन कहा मन कहो कही ऐसो जन बिरलो है सेवक जो तत् जोग को बेतर दुख नाही सब सुख ही है रे एक है एक ही नेत है बुरा नहीं सब भला ही है हार नहीं सब जीत है सोग नहीं सदा हरखी है रे छोड़ नहीं किछ लेत
ਕਹੋ ਨਾਨਕ ਜਨ ਹਰ 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 ਹੈ ਕਤ ਆਵੇ ਕਤ ਰਮਤੈ। देखो छोटा जा ध्यान है, हार नहीं सब जीता है। आज मैं क्रोध अगे फिर हार गई, कल मैं फिर जितना है, कोई गल नहीं। आई हैव टू अंडरस्टैंड, हार नहीं सब जीता है। सो द मोमेंट है ना असी एनकाउंटर करते हैं कोई इशू, आज मैं सबर फिर मेरा टूट गया, हार नहीं मन नू कहता सब जीते। मन नू सिखाने का देखो कितना सिंपल टूल है गुरबाणी साडे वास्ते। मतलब ਇਹ ਗੁਰੂ ਪਾਤਸ਼ਾਹ ਜੀ ਦੀ ਅਸੀਂ ਉਸ ਕਾਲਾਂ ਨੂੰ ਸਮਝ ਸਕਾਂਗੇ ਕਦੋਂ, ਜਦੋਂ ਅਸੀਂ ਇਹਦੇ ਵਿੱਚ ਜਾਣਾ ਸ਼ੁਰੂ ਕਰਾਂਗੇ ਤਾਂ ਸਾਨੂੰ ਸਮਝ ਆਏਗਾ। ਸੋ ਸਾਡੇ ਵਾਸਤੇ ਬਹੁਤ ਚੜ੍ਹਦੀ ਕਲਾ ਵਾਲੀ ਇਹ ਪ੍ਰੇਅਰ ਹੈ। ਹਾਂਜੀ ਪੁੱਛੋ। ਲਾਸਟ ਸੈਂਟੈਂਸ ਦਾ ਪਹਿਲਾ ਸੈਕਸ਼ਨ ਨਹੀਂ ਸਮਝਿਆ। ਕਹੋ ਨਾਨਕ ਜਨ, ਇਹੋ ਜਿਹਾ ਜਿਹੜਾ ਸੇਵਕ ਬਣ ਜਾਂਦਾ ਨਾਨਕ ਜੀ ਕਹਿੰਦੇ ਨੇ ਉਹ ਕੀ ਹੈ, ਹਰ 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 ਹੈ। ਹਰ ਹਰ ਮਤਲਬ ਉਹ ਪਰਮਾਤਮਾ ਦਾ, ਹਰੀ ਦਾ ਹੈ ਨਾ, ਉਸ ਦਾ ਜਨ ਬਣ ਗਿਆ। मतलब उसके नाल लाइक इमोशन दे विच क्या होया, हर 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 पोइटिक बना के कि एवो जिहा मनुख जिसदी अवस्था बन जाती है ना, जिन्हों जिहड़ा तत् जोग वास्ते अपनी भुख बना लैंदा है, हु बिकम्स अ ट्रू सीकर, वो कहते ने जन बन जाता है। कत आवे कत रमता मीनस उसका ए वाला जिहड़ा ग्राफ वाला गेड़ है इस तो छुट्टी लै लैंदा है। पर दैन जे साडे ग्राफ वाला फेज चल रहा है, दैट्स वाई वी आर स्टूडेंट है ना, ताई असी सिख हाँ, इस करके साडा नाम सिख गया है। आओ असी हुण ਜਸਟ ਮਮੈਂਟ ਇਹਦੇ ਲਿਖਣਾ ਉਹ ਮੁੜ ਜਮਨ ਮਰਨ ਦੇ ਗੇੜ ਵਿੱਚ ਨਹੀਂ ਕਰਨਾ। ਜਮਨ ਮਰਨ ਨੂੰ ਜਮਨ ਮਰਨ ਗੁਰਬਾਣੀ ਦਾ ਹੋਰ ਜਿਸਟ ਹੈਗਾ ਹੈ ਪੂਰਾ ਦਾ ਪੂਰਾ ਕਿ ਜੰਮਦਾ ਔਰ ਮਰਦਾ ਮਨੁੱਖ ਦਾ ਮਨ ਹੈ ਜਦੋਂ ਉਹਦੇ ਕੋਲ ਸੱਚ ਨਹੀਂ ਹੁੰਦਾ। ਹੁਣੇ ਤੁਹਾਨੂੰ ਸੱਚ ਮਿਲਿਆ ਤੇ ਇਹ ਮਨ ਚੜ੍ਹਦੀ ਕਲਾ ਵਿੱਚ ਆ ਗਿਆ, ਜੀ ਪਿਆ। ਹਾਂ, ਹੁਣੇ ਸੱਚ ਤੋਂ ਇਹ ਦੂਰ ਹੋਇਆ ਤੇ ਇਹ ਫਿਰ ਮਰ ਗਿਆ। ਜਿਵੇਂ ਜਿਹਨੂੰ ਗੁਰਬਾਣੀ 'ਚ ਕਹਿੰਦੇ ਨਾ ਆਖਾਂ ਜੀਣਾ ਵਿਸਰੈ ਮਰ ਜਾਵਾਂ, ਜਿਉਂ ਹੀ ਮਨ ਨੇ ਸੱਚ ਵਿਸਰਿਆ ਉਹ ਕੁਮਲਾ ਗਿਆ, ਪੱਤ ਚੜਾ। ਮੌਤ ਦੀ ਗੱਲ ਨਹੀਂ ਹੋ ਰਹੀ। ਹਾਂਜੀ, ਸਰੀਰਕ ਮੌਤ ਦੀ ਗੱਲ ਨਹੀਂ ਹੋ ਰਹੀ। ਵਿਸਰੇ ਦੁਨੀਆ ਵਿੱਚ ਜੋ ਵਿਸਰੇ ਹੋਏ ਨੇ ਉਹ ਮਰੇ ਥੋੜੀ ਹੋਏ ਨੇ, ਹੈ ਨਾ ਜੀ। ਦੁਨੀਆ ਜਿਹੜੀ ਵਿਸਾਰ ਬੈਠੀ ਹੈ ਸਾਰੀ ਮਾਰ ਥੋੜੀ ਕਰੀ ਹੈ, ਦੇ ਆਰ ਲਿਵਿੰਗ। ਗੁਰੂ ਪਾਤਸ਼ਾਹ ਜੀ ਤੇ ਫਿਰ ਉਹਨਾਂ ਨੂੰ ਡਿਫਰੈਂਟ ਨਾਮ ਦਿੰਦੇ ਨੇ, ਡਿਫਰੈਂਟ ਕੈਟੇਗਰੀ ਚ ਪਾ ਦਿੰਦੇ ਨੇ। ਅਸੀਂ 5 ਪੌੜੀਆਂ ਤੱਕ ਪੂਰਾ ਪੜਾਂਗੇ ਤੇ ਮੈਂ ਉਮੀਦ ਕਰਦੀ ਹਾਂ ਕਿ 3 ਪਹਿਲੀਆਂ ਸਟੈਂਜਾਸ ਪੌੜੀਆਂ ਨੂੰ ਪੜਨ ਦਾ ਤੁਹਾਡਾ ਸਭ ਦਾ ਮਨ ਦੇ ਵਿੱਚ ਟਿਕੇਗਾ, ਬਿਕਾਜ਼ ਤੁਸੀਂ ਪਾਵਰਤ ਨੂੰ ਯਾਦ ਕਰ ਰਹੇ ਹੋ ਨਾਲ ਦੇ ਨਾਲ। ਇੱਕ ਓंकार सतगुरु प्रसाद राम कली महिमा तीजा आनंद। आनंद पिया मेरी माई सतगुरु मैं पाया, सतगुरु ता पाया सहज सेती मन जिया बधाइयां। राव रतन परवार परियां शब्द गावण आईयां। शब्दों गावो हरि केरा मन जिनी वसाया। कहे नानक आनंद होआ सतगुरु मैं पाया। ए मन मेरा तू सदा रहो हर नाले, हर नाल रहो तू मन मेरे दुख सब विसारना। अंगीकार हो करे तेरा कारज सब सवारना। सबना गला समर्थ स्वामी सो क्यों मनो विसारे। कहे नानक मन मेरे सदा रहो हर नाले। साचे साहिबा क्या नहीं करते, करता तेरा सब कुछ है जिस वे सो पावे। सदा सिफ्त सलाह तेरी नाम मन वसावे। नाम जिनके मन वसिया वाजे शब्द कनेरे। कहे नानक सच्चे साहिब क्या नहीं करते है। साचा नाम मेरा आधारो
सच नाम आधार मेरा जिन भुखां सब गवाइयां कर शांत सुख मन आए वसिया जिन इच्छा सब बुझाइयां सदा गुरबाण कीता गुरु बिठो जिस दियां ए वडियाइयां कहे नानक सुनो संतो शब्द धरो प्यारो सचा नाम मेरा आधारो वाजे पंच शब्द तित कर सुभागे शब्द वाजे कलवा जित कर तारिया पंच दूत तुद वस कीते काल कंटक मारिया तुर कर्म पाया तुझ जिन को से नाम हर के लागे कहे नानक तै सुख होआ ਤਿਤ ਕਰ ਅਨਹਦ ਵਾਜੇ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਗੁਰੂ ਸਾਹਿਬ ਦੀ ਜਿਹੜੀ ਮਾਇਆ ਤੋਂ ਉੱਪਰ ਦੀ ਜੋ ਉਹਨਾਂ ਨੇ ਗ੍ਰਾਫ ਖਿੱਚੀ ਹੈ ਤੁਸੀਂ ਉਸ ਦੇ ਹਿੱਸੇਦਾਰ ਬਣ ਚੁੱਕੇ ਹੋ। ਸੋ ਅਸੀਂ ਚੌਥੀ ਪੌੜੀ ਤੋਂ ਪਹਿਲੇ ਤੀਜੀ ਪੌੜੀ ਦੇ ਵਿੱਚ ਜੋ ਅਸੀਂ ਲਾਸਟ ਟਾਈਮ ਛੋੜ ਦਿੱਤਾ ਸੀ ਥੋੜਾ ਜਿਹਾ, ਜਿਸ ਦੇਹ ਜਿਹੜਾ ਤੈਨੂੰ ਸਰੈਂਡਰ ਕਰੇ। ਅਸੀਂ ਗੱਲ ਕੀਤੀ ਸੀ ਕਿ ਇਹ ਸਰੈਂਡਰ ਕੀ ਚੀਜ਼ ਹੈ। ਇਸ ਨੂੰ ਅਸੀਂ ਥੋੜਾ ਜਿਹਾ 10 ਮਿੰਟ ਲਗਾਵਾਂਗੇ ਕਲਾਸ ਦੇ ਵਿੱਚ ਤਾਂ ਕਿ ਅਸੀਂ ਉਸ ਸਰੈਂਡਰ ਤੋਂ ਬਾਅਦ ਆਪਣਾ ਨਵਾਂ ਆਧਾਰ ਬਣਾ ਸਕੀਏ। ਸੋ ਤੁਹਾਡੇ ਵਿੱਚੋਂ ਕੋਈ ਕਹਿਣਾ ਚਾਹੇਗਾ ਸਰੈਂਡਰ ਸਬਮਿਸ਼ਨ ਤੋਂ ਕੀ ਭਾਵ ਹੁੰਦਾ ਹੈ? ਯਾਨੀ ਕਿ ਪਰਮਾਤਮਾ ਥੋੜਾ ਉੱਚੀ ਬੋਲੋ। ਯਾਨੀ ਕਿ ਪਰਮਾਤਮਾ ਦੀ ਵਿਲ ਦੇ ਨਾਲ ਹੀ ਚੱਲਣਾ, ਉਹਦੇ ਭਾਣੇ ਨੂੰ ਮੰਨਣਾ। ਸਬਮਿਸ਼ਨ ਦਾ ਮਤਲਬ ਉਸ ਦੀ ਵਿਲ ਦੇ ਨਾਲ ਚੱਲਣਾ। ਇਸ ਤੋਂ ਭਾਵ ਹੋ ਗਿਆ ਕਿ ਉਸ ਦੀ ਵਿਲ ਦਾ ਸਮਝ ਆਣਾ ਜ਼ਰੂਰੀ ਹੈ, ਹਾਂਜੀ ਬਿਲਕੁਲ। ਹੈ ਨਾ? ਤੇ ਉਸ ਦੀ ਦੇਖੋ ਇੱਕ ਪੇਰੈਂਟਸ ਆਪਣੇ ਬੱਚੇ ਵਾਸਤੇ ਵਿਲ ਲਿਖ ਕੇ ਗਏ ਨੇ, ਜੇ ਅਸੀਂ ਇਲਿਟਰੇਟ ਹੋਈਏ ਤੇ ਪੜ੍ਹ ਹੀ ਨਹੀਂ ਸਕਦੇ, ਹੈ ਨਾ? ਸੋ ਤੁਹਾਡੇ ਇਨਸਾਫ ਸਰੈਂਡਰ ਤਾਂ ਹੀ ਹੋ ਸਕਦਾ ਹੈ ਜਦੋਂ ਅਸੀਂ ਵਿਲ ਨੂੰ ਸਮਝੀਏ ਤਾਂ। ਹਾਂਜੀ, ਅਗਰ ਕੋਈ ਨੈਗੇਟਿਵਿਟੀ ਵੀ ਹੋ ਰਹੀ ਹੈ ਤੇ ਇਹ ਪਤਾ ਹੁੰਦਾ ਕਿ ਇਹਦਾ ਕੋਈ ਰੀਜ਼ਨ ਹੈ। ਐਵਰੀਥਿੰਗ ਇਜ਼ ਫॉर ਅ ਰੀਜ਼ਨ। ਉਹ ਕਿਸੇ ਚੰਗੇ ਵਾਸਤੇ ਹੁੰਦੀ ਹੈ। ਉਹ ਉਸ ਵੇਲੇ ਭਾਵੇਂ ਸਾਨੂੰ ਲੱਗਦਾ ਕਿ ਠੀਕ ਨਹੀਂ ਹੈ, ਪਰ देयर इज अ स्पेसिफिक ਰੀਜ਼ਨ ਬਿਹਾਈਂਡ ਇਟ। ਕਿਉਂਕਿ ਗॉड ਚਾਹੁੰਦਾ ਹੁੰਦਾ ਕਿ ਤੁਹਾਨੂੰ ਉਹ ਉੱਪਰ ਲੈ ਕੇ ਜਾਣਾ ਚਾਹੁੰਦਾ ਹੁੰਦਾ, ਉਹ ਕਿਸੇ ਨਾ ਕਿਸੇ ਚੀਜ਼ ਨੂੰ ਸਟਰੋਂਗ ਕਰ ਰਿਹਾ ਹੁੰਦਾ ਹੈ। ਤੇ ਤੁਹਾਨੂੰ ਇਹ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਤੁਹਾਡੀ ਆਬਜ਼ਰਵੇਸ਼ਨ ਯੂ ਹੈਵ ਟੂ ਬੀ ਸਮਾਰਟ ਇਨਫ ਟੂ ਅੰਡਰਸਟੈਂਡ ਕਿ ਵਾਈ ਇਟਸ ਹੈਪਨਿੰਗ, ਤੇ ਉਹਦਾ ਕੋਈ ਰੀਜ਼ਨ ਹੁੰਦਾ ਤੇ ਉਹਦੇ 'ਚ ਤੁਹਾਨੂੰ ਢਹਿੰਦੀ ਕਲਾ 'ਚ ਜਾਣ ਦੀ ਕੋਈ ਲੋੜ ਨਹੀਂ ਹੁੰਦੀ। ਓਕੇ, ਹੋਰ ਸਾਡੇ ਵਿੱਚੋਂ ਥੈਂਕ ਯੂ ਭੈਣ ਜੀ। ਕੋਈ ਹੋਰ ਪਰ ਜਿਵੇਂ ਹੁਣ ਰੀਜ਼ਨ ਤਾਂ ਤੁਸੀਂ ਜੋ ਅਨਹੋਣੀ ਕਦੇ ਹੁੰਦੀ ਨਹੀਂ, ਹੈ ਨਾ? ਵੀ ਉਹਦੇ ਨਿਯਮਾਂ 'ਚ ਸਾਰਾ ਕੁਝ ਹੋ ਰਿਹਾ ਤਾਂ ਫਿਰ ਆਪਾਂ ਨੂੰ ਉੱਥੇ ਸਰੈਂਡਰ ਕਰ ਹੀ ਦੇਣਾ ਚਾਹੀਦਾ, ਕਿਉਂਕਿ ਆਪਾਂ ਉਹਨੂੰ ਚੇਂਜ ਤਾਂ ਕਰ ਨਹੀਂ ਸਕਦੇ ਹੈਗੇ। ਓਕੇ, ਹੋਰ ਕੋਈ ਖਿਆਲ ਨੂੰ? ਹਾਂਜੀ, ਮੇਰੇ ਹਿਸਾਬ ਨਾਲ ਜੋ ਮੈਂ ਸਮਝਿਆ ਹੈਗਾ ਸਰੈਂਡਰ ਤੋਂ ਭਾਵ ਹੈਗਾ ਕਿ ਆਪਣੀ ਜਿਹੜੀ ਮਨਮਤ ਹੈ ਉਹਨੂੰ ਸਰੈਂਡਰ ਕਰਨਾ, ਉਹਦਾ ਤਿਆਗ ਕਰਕੇ ਗੁਰੂ ਦੇ ਸੱਚ ਨੂੰ ਅਡਾਪਟ ਕਰਨਾ, ਸਤਿਗੁਰ ਦੀ ਮੱਤ ਲੈਣੀ। she has a point ਕਿ ਸਰੈਂਡਰ ਦਾ ਮਤਲਬ ਕਿ in short in gist ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ। ਦੇਖੋ ਹੁਣ ਗੋ ਬੈਕ ਟੂ ਸਰੈਂਡਰ ਜੋ ਇੰਗਲਿਸ਼ ਦਾ ਵਰਡ ਹੈ, ਕਦੋਂ ਟਰੂਪ ਸਰੈਂਡਰ ਕਰਦੇ ਨੇ, ਹੈ ਨਾ? ਜਦੋਂ the other party takes over. I have no choice, है ना? You accept the defeat and then you surrender. Or if there is a surrender value, मैं ਤੁਹਾਨੂੰ ਕਿਹਾ ਸੀ ਕਿ ਜੇ ਮੇਰੀ ਪਾਲਿਸੀ ਮੈਂ ਸਰੈਂਡਰ ਕਰ ਰਿਹਾ because the value, you know, I want this value. So surrender ਗੁਰਬਾਣੀ ਵਾਲਾ, is it a defeat or is it value wala? That's my question. ਵੈਲਿਊ ਵਾਲਾ Value wala. ਇਸ ਸਰੈਂਡਰ ਤੋਂ ਕੋਈ ਵੈਲਿਊ ਮਿਲਣੀ ਹੈ। ਜੇ ਹੁਣ ਜਿੱਦਾਂ ਮੈਂ ਕਿਹਾ ਸੀ ਫਿਰ ਉਹ ਡਿਫੀਟ ਵਾਲਾ ਹੋ ਗਿਆ ਨਾ, ਫਿਰ ਉਹਦੇ ਨਾਲ ਫਿਰ ਤੁਸੀਂ ਚੜ੍ਹਦੀ ਕਲਾ 'ਚ ਨਹੀਂ ਜਾਵਾਂਗੇ, ਉਹ ਡਿਫੀਟ ਵਾਲਾ। ਅਸੀਂ ਨਾਰਮਲੀ ਕਹਿੰਦੇ ਆ ਨਾ ਕਿ ਚਾਰਾ ਨਹੀਂ ਹੈ ਨਾ, ਕੀ ਕਰੀਏ? ਕੋਈ ਕਿਸੇ ਦੇ ਘਰ ਕੋਈ ਬਿਮਾਰ ਹੋਵੇ ਤੇ ਕਹਿੰਦੇ ਨੇ ਸਬਰ ਰੱਖਣ ਤੋਂ ਇਲਾਵਾ ਕੋਈ ਚਾਰਾ ਨਹੀਂ। ਪਰ ਜੇ That's not surrender. That's not surrender. ਫਿਰ ਤੇ ਅਸੀਂ ਰੱਬ ਨੂੰ ਵੇਚ ਦਿੰਦੇ ਚਾਰਾ ਹੁੰਦਾ। ਹਾਂ, ਸਰੈਂਡਰ ਉਹ ਨਹੀਂ ਹੈ। ਅਸੀਂ ਇਹ ਸਮਝਣਾ ਹੈ। ਮੈਂ
ਸਰੈਂਡਰ ਦੇ ਵਿੱਚ ਜੋ ਮੈਨੂੰ ਫਟਾਫਟ ਖਿਆਲ ਆਏ ਸਵੇਰੇ ਹੈ ਨਾ, ਮੈਂ ਉਹਨਾਂ ਨੂੰ ਲਿਖਣ ਦੀ ਸ਼ੁਰੂ ਕੀਤੀ ਕਿ ਦਿਸ ਇਜ਼ ਨਾਟ ਅ ਡਿਫੀਟ, ਨਾਟ ਅ ਕੁਇਟ, ਡਿਸਕਾਰਡ, ਵਿਦਡਰਾ, ਡ੍ਰੌਪ ਆਊਟ ਨਹੀਂ ਹੈ ਨਾ, ਵਾਈਟ ਫਲੈਗ ਜਿਹਨੂੰ ਅਸੀਂ ਕਹਿੰਦੇ ਆ ਟੂ ਡਿਕਲੇਅਰ ਅ ਡਿਫੀਟ, ਦਿਸ ਇਜ਼ ਨਾਟ ਦੈਟ, ਦਿਸ ਇਜ਼ ਨਾਟ ਦੈਟ। ਵਿੱਚ ਅਸੀਂ ਆਪਣਾ ਜ਼ੋਰ ਫਿਰ ਚੁੱਕ ਲਾਂਗੇ, ਜਿਵੇਂ ਪਿਕਚਰ ਦਿਖਾਉਂਦੇ ਨਾ, ਜਿੱਥੇ ਮੌਕਾ ਮਿਲਿਆ ਫਿਰ ਚੁੱਕ ਲਿੱਤਾ ਆਪਣਾ ਜ਼ੋਰ, ਇਟ ਇਜ਼ ਦੈਟ। ਸੋ ਇਹ ਨਹੀਂ ਹੈ। ਸੋ ਸਰੈਂਡਰ ਜਿਹੜਾ ਹੈਗਾ, ਜੋ ਮੈਂ ਸਮਝਿਆ ਹੈ, is in knowing who I am, travel who I should be। ਸਰੈਂਡਰ ਮੇਰਾ ਕੀ ਹੈ? ਮੇਰਾ ਟਰੈਵਲ ਹੈ, ਮੈਂ ਕੀ ਹਾਂ ਤੇ ਮੈਨੂੰ ਕੀ ਹੋਣਾ ਚਾਹੀਦਾ ਹੈ। That's surrender। ਨਹੀਂ ਤੇ ਅਸੀਂ ਵਾਪਸ ਲੈ ਲਾਂਗੇ ਆਪਣਾ ਮੱਥਾ ਚੁੱਕ ਕੇ, ਹੈ ਨਾ, ਟਿਕਾ ਕੇ ਵਾਪਸ ਲੈ ਲੈਂਦੇ ਆ। ਵਾਪਸ ਕਿਉਂ ਲੈਂਦੇ ਆ? ਕਿਉਂਕਿ ਪਤਾ ਨਹੀਂ ਹੈ ਕਿ ਹੋਣਾ ਕੀ ਚਾਹੀਦਾ ਹੈ, ਮੈਂ ਬਣਨਾ ਕੀ ਹੈ। ਇਹ ਅੱਜ ਦਾ ਟੌਪਿਕ ਆਏਗਾ ਸਾਰਾ ਮੇਰਾ ਉਹਦੇ ਵਿੱਚ। ਓਕੇ, ਸੋ ਇਸ ਦਾ ਭਾਵ ਕੀ ਹੋ ਗਿਆ? ਗੁਰਬਾਣੀ ਵਿੱਚ ਸਬਮਿਸ਼ਨ, ਸਰੈਂਡਰ ਕੀ ਹੈ ਕਿ ਤੂੰ ਆਪਣੀ ਵਿਵੇਕਤਾ, ਆਪਣੀ ਵਿਜ਼ਡਮ ਮੇਰੀ ਝੋਲੀ ਵਿੱਚ ਪਾ, ਕਿਉਂਕਿ ਜੋ ਮੈਂ ਲਿਖਿਆ ਸੀ ਮੈਂ ਐਵੇਂ ਹੀ ਪੜ੍ਹ ਦੇਣੀ ਹੈ। ਮੇਬੀ ਯੂ ਇੰਜੋਏ ਦਿਸ ਵੇ। ਹੈ ਅੰਗਰੇਜ਼ੀ ਵਿੱਚ ਹੈ, ਸੌਰੀ। ਮਨ ਨੇ ਕਿਹਾ ਸਰੈਂਡਰ ਟੂ ਦ ਵਿਜ਼ਡਮ। ਵਾਈ ਸ਼ੁਡ ਆਈ ਸਰੈਂਡਰ? ਬਿਕॉज you are loaded with impurities. Am I? Yes, you are. Prove it. Okay, just because you have worries, anxieties, fears, frustrations, accusations. Yes, I do have. These are the toxins which are harming you, my dear man. So you have chronic illness. So to clear this mess, submit. Okay, so oh my man, you have been carrying this burden, this impurity for long. But why was I carrying it? Just because you were taught to practice religious conduct using the outer covering. Go to Gurdwara, do langar, do this. You were taught. ਤੈਨੂੰ ਇਹ ਸਿਖਾਇਆ ਗਿਆ ਸੀ ਕਿ ਆਊਟਰ ਕਵਰਿੰਗ ਨੂੰ ਧਰਮ ਕਹਿੰਦੇ ਨੇ। ਸੋ ਬਾਈ ਮਿਸਟੇਕ ਯੂ ਕੈਰੀਡ ਸੋ ਮੈਨੀ impurities. Now those impurities are causing mess inside you. And ਉਹ impurities ਕਿਵੇਂ ਪਤਾ ਲੱਗਣ? ਜਾਂ ਨੈਚੁਰੋਪੈਥ ਦੱਸਦਾ ਹੈ ਸਰੀਰ ਵਾਸਤੇ, ਤੇ ਜਾਂ ਗੁਰੂ ਨੈਚੁਰੋਪੈਥ ਦੱਸਦਾ ਹੈ ਮਨ ਵਾਸਤੇ। So what should I do? Oh my mind, surrender. This is what came to me ਸਵੇਰੇ ਮਾਰਨਿੰਗ ਦੇ ਵਿੱਚ, ਕਿ ਸਾਡਾ ਮਨ ਬੜਾ ਚਤੁਰ ਹੈ। ਜੇਕਰ ਸਾਨੂੰ ਜਪਜੀ ਸਾਹਿਬ ਦੀ 33 ਨੰਬਰ ਪੌੜੀ ਕਦੀ ਅਸੀਂ ਜਪਜੀ ਸਾਹਿਬ ਪੜ੍ਹਿਆ ਹੋਵੇ, ਤੇ ਇਸ ਤੇ ਮਨ ਦੇ ਜ਼ੋਰ ਦੀ ਗੱਲ ਕੀਤੀ ਹੈ ਕਿ ਇਹ ਸਰੈਂਡਰ ਨਹੀਂ ਕਰਨਾ ਚਾਹੁੰਦਾ, ਤੇ ਇਸ ਨੂੰ ਸਿਖਾਇਆ ਹੈ ਆਖਣ ਜ਼ੋਰ, ਚੁੱਪੇ ਨੇ ਜ਼ੋਰ। ਆਪਣੇ ਚੁੱਪ ਰਹਿਣ ਨਾਲ, ਅੱਖਾਂ ਬੰਦ ਕਰਕੇ, ਆਪਣੇ ਆਖਣ ਨਾਲ, ਗੱਲਾਂ ਨਾਲ ਤੈਨੂੰ ਇਹ ਆਨੰਦ ਪ੍ਰਾਪਤ ਨਹੀਂ ਹੋਏਗਾ, ਮਨ ਦੀ ਮਤ ਨਾਲ ਨਹੀਂ ਹੋਏਗਾ। ਜ਼ੋਰ ਮਤਲਬ ਮਨ ਦੀ ਮਤ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਮੰਗਣ ਤੇ ਦੇਣ ਕੀ ਹੈ? ਰੱਬ ਜੀ ਨੂੰ ਦੇਣਾ ਹੋਏ ਤਾਂ ਵੀ ਮੈਂ ਵਰਡਲੀ ਦੇਣਾ ਚਾਹਨਾ, ਰੁਮਾਲਾ, ਪੈਸਾ। ਲੈਣਾ ਹੋਏ ਤੇ ਮੰਗਦਾ ਵੀ ਵਰਡਲੀ ਆ। So I am exchanging everything worldly with him. वो कौन है? माया दे 3 गुना तो ऊपर है। So कहते तेरा जोर नहीं चलेगा। Why should I submit? ਅਸੀਂ ਕਿਤਨੇ ਵੀ ਰਿਲੀਜੀਅਸ ਤੋਂ ਰਿਲੀਜੀਅਸ ਬੰਦੇ ਹਾਂ, ਅੱਜ ਵੀ ਅਸੀਂ ਕਹਿੰਦੇ ਆ ਕਿ ਮੇਰਾ ਨਵਾਂ ਬਿਜ਼ਨਸ ਹੈ ਤੇ ਅਖੰਡ ਪਾਠ ਕਰਾ ਕੇ ਤੁਹਾਡੇ ਕੋਲੋਂ ਇਹਨੂੰ ਰਨ ਕਰਨ ਦੀ, ਪ੍ਰੋਫਿਟ ਬਣਾਉਣ ਦੀ ਉਹ ਲੈ ਲਵਾਂ, ਚਿੱਟ ਲੈ ਲਵਾਂ। ਇਹ ਨਹੀਂ ਕਹਿੰਦੇ ਕਿ ਸਹੀ ਰਨ ਕਰਨ ਦੀ ਮੈਂ ਚਿੱਟ ਲੈ ਲਵਾਂ। ਯੂ نو, nobody says ਕਿ ਮੈਂ ਅੱਜ ਇਸ ਘਰ ਦੇ ਵਿੱਚ ਤੁਹਾਨੂੰ ਬੁਲਾਇਆ ਹੈ ਨਾ ਹਾਊਸ ਵਾਰਮਿੰਗ ਤੇ, so that you teach me how to run this home,
ਨਹੀਂ ਉਹ ਤਾਂ ਪ੍ਰਾਪਤ ਤਰੀਕੇ ਨਾਲ ਰਨ ਹਾਂ, ਉੱਥੇ ਆਪਣੇ ਤਰੀਕੇ ਨਾਲ ਅਸੀਂ ਰਨ ਕਰਨਾ ਹੈ ਬਟ ਵੀ ਡੂ ਇਨਵਾਈਟ ਹਿਮ ਮੱਥਾ ਟੇਕਦੇ ਆ ਪਰ ਅਸੀਂ ਕੀ ਕਰਦੇ ਆ ਮੱਥਾ ਫਿਰ ਚੁੱਕ ਲੈਂਦੇ ਆ ਸੋ ਸਰੈਂਡਰ ਕੀ ਹੈ ਇਟਸ ਅ ਟਰੈਵਲ ਮੈਂ ਅੱਜ ਕੀ ਆ ਮੇਰੀਆਂ ਇੰਪਿਉਰਿਟੀਜ਼ ਕੀ ਨੇ ਅਤੇ ਮੈਂ ਕੀ ਹੋਣਾ ਹੈ ਕੀ ਬਣਨਾ ਹੈ ਫਿਰ ਮੈਂ ਮੱਥਾ ਨਹੀਂ ਚੁੱਕਾਂਗਾ ਤੇ ਫਿਰ ਮੈਂ ਲੋਕਾਂ ਨੂੰ ਦਿਖਾ ਕੇ ਟੇਕਾਂਗਾ ਵੀ ਨਹੀਂ here and there 10 times है ना because now I know what does surrenders means I mean कितने सारे सीरियल बन गए ने पर सानू ध्यान है कि वो वाली गल के you know it's still happening I'm not saying पुराना हो रहा है कि जे तनाड़ बंदा होवे उन्हें पता है कि मैं $1 नहीं टेक सकता मत्था क्योंकि सब देख रहे ने I am going to give $10 because that's my status ਇਹ ਬਿਰਤੀ ਤੁਸੀਂ ਛੁੱਟ ਨਹੀਂ ਸਕਦੇ ਇਸ ਬਿਰਤੀ ਦੇ ਵਿੱਚ ਸਾਡੀ ਸਰੈਂਡਰਨੈਸ ਨਹੀਂ ਹੁੰਦੀ ਸਾਡਾ ਸਬਮਿਸ਼ਨ ਨਹੀਂ ਹੁੰਦਾ ਪਰ ਸਾਡੇ ਅੰਦਰ ਬਹੁਤ ਕੋਟ ਕੇ ਪਾਈਆਂ ਗਈਆਂ ਹੋਣੇ ਨੇ ਕਿਉਂ ਮੈਂ ਤਾਂ ਉਹੀ ਤੇ ਅਖੀਰ ਚ ਲਿਖਿਆ ਹੈ ਨਾ ਇਸ ਵੇਰੇ ਮਨ ਚ ਆਇਆ ਵੀ ਮੈਂ ਇੰਪਿਉਰਿਟੀਜ਼ ਕਿਉਂ ਕੈਰੀ ਕਰ ਰਿਹਾ ਬਿਕਾਜ਼ ਮੈਨੂੰ ਇਹ ਟ੍ਰੇਨ ਕਰ ਦਿੱਤਾ ਗਿਆ ਸੀ ਕਿ ਧਰਮ ਆਊਟਰ ਕਵਰਿੰਗ ਦਾ ਨਾਮ ਹੈ ਪਰ ਜੇ ਅੱਜ ਸਾਨੂੰ ਕੋਈ ਬੱਚਾ ਪਾਲਣਾ ਹੋਏ ਹੈ ਨਾ ਸਾਡੇ ਹੱਥ 'ਚ ਕੋਈ ਦੇ ਦੇਵੇ ਨਵਾਂ ਜੰਮਿਆ ਬੱਚਾ ਕਵੇ ਆਲੂ ਇਸ ਨੂੰ ਪਾਲ ਦਿਓ ਅਸੀਂ ਉਹ ਵਾਲਾ ਨਹੀਂ ਪਾਲਾਂਗੇ ਉਹਨੂੰ ਬਿਕਾਜ਼ ਮੈਂ ਰੀਕੰਡੀਸ਼ਨ ਕਰ ਰਿਹਾ ਆਪਣੇ ਆਪ ਨੂੰ ਹੈ ਨਾ ਸੋ ਧਰਮ ਤੋਂ ਭਾਵ ਹੈ ਅਸਲੀ ਮਨ ਦਾ ਸਰੈਂਡਰ ਅਸਲੀ ਟਰੈਵਲ ਜਿਹੜਾ ਹੈ ਆਤਮਿਕ ਸਫ਼ਰ कितना छोटा बच्चा ही आज चिंतातुर हो गया है ਇਹ ਪਹਿਲੇ ਨਹੀਂ ਹੁੰਦਾ ਸੀ ਆਈ ਐਮ ਨਾਟ ਸੇਇੰਗ ਪਹਿਲੇ ਬੰਦੇ ਰਿਲੀਜੀਅਸ ਸੀ ਆਈ ਐਮ ਸੇਇੰਗ ਕਿ ਇਹ ਅਲਾਰਮਿੰਗ ਇੰਪਿਉਰਿਟੀਜ਼ ਇਸ ਨਵੇਂ ਯੁੱਗ ਨੇ ਸਾਡੇ ਵਾਸਤੇ ਪੈਦਾ ਕਰ ਦਿੱਤੀਆਂ ਨੇ ਭੋਲਾ ਪਾ ਹਮੇਸ਼ਾ ਖਤਮ ਹੁੰਦਾ ਹਰ ਮਨੁੱਖ ਦਾ ਪਰ ਨਾਓ ਇਟਸ ਟੂ अर्ਲੀ ਏਜ ਖਤਮ ਹੋ ਰਿਹਾ ਹੈ ਬੇਸਿਕਲੀ that childhood period is missing now I mean ਗੱਲ ਵਿੱਚੋਂ ਅਗਲੀ ਗੱਲ ਅਸੀਂ ਡਿਸਟਰਬ ਨਹੀਂ ਹੋਣਾ ਚਾਹੁੰਦੇ ਪਰ ਅੱਜ ਜਿਹੜੀਆਂ ਬਿਮਾਰੀਆਂ ਦਾ ਬਹੁਤਾ ਕਾਰਨ ਹੈ I am not my topic नहीं है हुणे पहला कारण यही है कि in the fast busy life we have no time to cook and smell the food जितों सारा digestion start होता है ਜਦੋਂ ਅਸੀਂ ਕੁੱਕ ਕਰਦੇ ਆ ਤਾਂ ਉਹਦੀ ਸਮੈਲ ਆਉਂਦੀ ਹੈ ਨਾ that starts our enzymes here esophagus ਵਿੱਚ ਅੱਜ ਉਹ ਵੀ ਸਾਡਾ ਖਤਮ ਹੋ ਗਿਆ ਹੈ ਫਾਸਟ ਯੁੱਗ ਵਿੱਚ so there is a lot ਸਾਡਾ ਜੋ ਗਿਆਨ ਦੇ ਨਾਲ ਵਾਪਸ ਆ ਸਕਦਾ ਹੈ ਸੋ ਜਿਸ ਦੇਹ ਸੋ ਪਾਵੇ ਸਾਨੂੰ ਸਮਝ ਆ ਰਿਹਾ ਹੈ ਕਿ ਤੇਰੇ ਘਰ ਵਿੱਚ ਤੇ ਸੀ ਲੇਕਿਨ ਮੈਂ ਆਪਣੀ ਮੱਥੇ ਨੂੰ ਟੇਕ ਕੇ ਫਿਰ ਚੁੱਕ ਲਿਆ ਅੱਗੇ ਚੱਲਦੇ ਹਾਂ ਸਾਚਾ ਨਾਮ ਮੇਰਾ ਆਧਾਰ ਆਧਾਰ ਕੀ ਹੁੰਦਾ ਹੈ ਬੇਸ ਫਾਊਂਡੇਸ਼ਨ ਇੰਜ ਮੰਨ ਲਓ ਇਸ ਨੂੰ ਕਿ ਵਾਰੰਟੀ ਪੀਰੀਅਡ ਤੇ ਜਦੋਂ ਵੀ ਸਾਡੇ ਕੋਲ ਦੋ ਚੀਜ਼ਾਂ ਵਿੱਚ ਚੋਣ ਹੈ one product with a 5-year warranty the other with a 15-year warranty ਅਸੀਂ ਕਿਹੜਾ ਚੁੱਕਦੇ ਆ 15 ਨੈਚੁਰਲ ਰਿਸਪੌਂਸ ਹੈ ਨਾ ਬੜਾ ਨੈਚੁਰਲ ਹੈ ਸੋ ਜੇਕਰ ਨਾਮ ਸੱਚ ਮੇਰਾ ਆਧਾਰ ਨਾ ਹੋਵੇ ਮੇਰਾ ਆਧਾਰ ਦੁਨਿਆਵੀ ਚੀਜ਼ਾਂ ਹੋਣ ਤੇ ਉਹਨਾਂ ਦੀ ਵਾਰੰਟੀ ਕਿੰਨੀ ਹੋ ਸਕਦੀ ਹੈ क्या बिसासा इस पांडे का इतना लागे ठनका वारंटी पीरियड कितनी है ना सो वी हैव टू चूज सानू अज पिक करना है कि इसका आधार की बनाना है फाउंडेशन स्टोन बट इफ आई एम टू बिजी कि मैं फाउंडेशन नहीं बना सकती then I think ਜਿਹੜਾ 239 ਸਾਲ ਦੀ ਕਾਲਾ ਹੈ ਗੁਰੂਆਂ ਦੀ ਅਸੀਂ ਉਹਨੂੰ ਅੰਡਰ ਐਸਟੀਮੇਟ ਕਰ ਰਹੇ ਹਾਂ ਕਿ ਡਿਗ ਕਰਕੇ ਸਭ ਕੁਝ ਕਰਕੇ ਦਿੱਤਾ ਹੋਇਆ ਉਹਨਾਂ ਨੇ ਹੈ ਨਾ ਇਟਸ ਆਲਰੇਡੀ देयर ਤੈਨੂੰ ਸਿਰਫ ਉਹਦੇ ਵਿੱਚੋਂ ਮਟੀਰੀਅਲ ਕੱਢਣਾ ਹੈ ਦੈਟਸ ਇਟ
ਸਾਚ ਨਾਮ, ਮੈਂ ਇਸ ਨੂੰ ਡਿਟੇਲ ਤੇ ਨਹੀਂ ਜਾ ਰਹੀ ਕਿਉਂਕਿ ਸ਼ੀਟ ਕਰਨੀ ਉਹਦੇ ਵਿੱਚ ਕਰਾਂਗੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਤੁਸੀਂ ਦੇਖੋ ਮੈਂ ਲਿਖਿਆ ਹੰਗਰ ਵਰਸਿਸ ਨੀਡ, ਸਾਨੂੰ ਸਮਝਣਾ ਪਏਗਾ। ਜਿਨ ਭੁੱਖਾਂ ਸਭ ਗਵਾਈਆਂ, ਕੌਣ ਤੁਹਾਡੇ ਵਿੱਚੋਂ ਥੋੜਾ ਜਿਹਾ ਟੱਚ ਕਰੇਗਾ ਕਿ ਨੀਡ ਖਤਮ ਹੋ ਗਈਆਂ ਜਾਂ ਹੰਗਰ ਖਤਮ ਹੋਈ? ਜਿਨ ਭੁੱਖਾਂ ਸਭ ਗਵਾਈਆਂ, ਭੁੱਖ, hunger, that's hunger. I still need best of the nutrients for my body. I always need it. I need clean environment, unpolluted environment. That's a need. ਉਹ ਸਾਨੂੰ ਕ੍ਰੀਏਟ ਕਰਨੀ ਹੈ। ਪਰ ਭੁੱਖ ਕਿੱਥੇ ਹੈ? that ਮੇਰੇ ਫੰਕਸ਼ਨ ਦੇ ਵਿੱਚ ਹਰ ਰੋਜ਼ ਰਿਤ ਨਵੇਂ ਅੱਜ ਲਾਲ ਫੁੱਲ ਲੱਗੇ ਹੋਣ ਤੇ ਕੱਲ ਪੀਲੇ ਲੱਗੇ ਹੋਣ ਤੇ ਪਰਸੋਂ ਨੀਲੇ ਲੱਗੇ ਹੋਣ। that's my book. ਅੱਜ ਛੋਟਾ ਫੋਨ, ਕੱਲ ਨੂੰ ਉਦੋਂ ਵੱਡਾ ਫੋਨ ਹੋ ਗਿਆ, ਉਦੋਂ ਵਧੀਆ ਆ ਗਿਆ, ਉਦੋਂ ਵਧੀਆ ਆ ਗਿਆ। ਬਟ ਸਾਨੂੰ ਸਭ ਨੂੰ ਉਹ ਚੰਗਾ ਬੇਸਿਕ ਜੀਵਨ ਹਰ ਮਨੁੱਖ ਦੀ ਲੋੜ ਹੈ। ਕਦੀ ਕੋਈ ਮਨੁੱਖ ਨਹੀਂ ਕਹਿ ਸਕਦਾ ਅਰੇ ਗੁਰਬਾਣੀ ਤੇਰਾ ਉਹ ਖਤਮ ਕਰ ਦੇਗੀ। ਨਹੀਂ, ਇਹ ਵਹੀਕਲ ਚੱਲੇਗਾ ਨਹੀਂ ਸਾਡਾ। ਫਿਰ ਮੈਨੂੰ ਸਮਝ ਨਹੀਂ ਆਈ ਦੀ ਗੱਲ। ਦੇਖੋ ਗੁਰਬਾਣੀ ਨੂੰ ਅਸੀਂ ਪ੍ਰੈਕਟੀਕਲ ਅਪਰੋਚ ਦੇਖਣਾ ਹੈ ਨਾ। ਜਿਨ ਭੁੱਖਾਂ ਸਭ ਗਵਾਈਆਂ, ਇੱਕ ਆਮ ਬੰਦਾ ਹੈ, ਉਹਦੀਆਂ ਬੇਸਿਕ ਉਹਦੇ ਕਲੀਨ ਵਾਟਰ ਵੀ ਨਹੀਂ ਉਸਨੂੰ ਨਸੀਬ ਹੋ ਰਿਹਾ ਹੈ ਨਾ। ਅਸੀਂ ਉਸਨੂੰ ਇਹ ਪੰਕਤੀ ਦੇ ਕੇ ਕੀ ਕਹਾਂਗੇ? ਉਹਨੂੰ ਤਾਂ ਕਲੀਨ ਵਾਟਰ ਵੀ ਪੀਣ ਨੂੰ ਨਹੀਂ ਨਸੀਬ ਹੋ ਰਿਹਾ ਹੈ ਨਾ। ਸੋ ਉਹਨੂੰ ਅਸੀਂ ਕੀ ਸਮਝਾਵਾਂਗੇ? ਦੱਸੋਗੇ ਤੁਸੀਂ ਕਿ ਤੂੰ ਭੁੱਖ ਨਾ ਰੱਖ, ਅਨਕੰਟੈਮਿਨੇਟਿਡ ਵਾਟਰ ਦੇ ਤੂੰ ਭੁੱਖ ਨਾ ਰੱਖ। ਦੈਟਸ ਹਿਸ ਨੀਡ। ਹਾਂਜੀ, ਨੀਡ ਐਂਡ ਭੁੱਖ ਜਿਹੜਾ ਟੌਪਿਕ ਐਕਚੁਅਲੀ ਬੜਾ ਲੰਬਾ ਹੋ ਜਾਏਗਾ, ਬਿਕਾਜ਼ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਇਹ ਨੀਡ ਵਿੱਚੋਂ ਨਹੀਂ ਪੈਦਾ ਹੋ ਰਹੇ, ਇਹ ਭੁੱਖ ਵਿੱਚੋਂ ਪੈਦਾ ਹੋ ਰਹੇ ਨੇ। ਡਿਜ਼ਾਇਰਸ ਇਹ ਉਹਦੇ ਵਿੱਚੋਂ ਪੈਦਾ ਹੋ ਰਹੇ ਨੇ। ਭੁੱਖ ਇਜ਼ ਲਾਈਕ ਗ੍ਰੀਡ। ਹਾਂਜੀ ਭੁੱਖ ਇਜ਼ ਲਾਈਕ ਗ੍ਰੀਡ। ਭੈਣ ਜੀ ਤੁਸੀਂ ਸਿੰਪਲ ਦੇਖੋ ਨਾ, ਲੋਭ ਹੋ ਤੁਹਾਨੂੰ ਬੈਕ ਪੇਨ ਹੋ ਗਈ ਹੈ ਨਾ। ਡਾਕਟਰ ਨੇ ਤੁਹਾਨੂੰ ਇੱਕ ਸਰਟਨ ਕਾਈਂਡ ਆਫ ਮੈਟਰਸ ਕਿਹਾ ਕਿ ਵੀ ਤੁਹਾਨੂੰ ਇਸ ਤੇ ਸੋਣਾ ਹੈ, ਬਟ ਦ ਮੈਟਰਸ ਇਜ਼ ਕਾਸਟਿੰਗ ਯੂ $1,500। ਤੁਸੀਂ ਕੀ ਕਰੋਗੇ? ਤੁਹਾਡੇ ਕੋਲ ਚਾਰਾ ਨਹੀਂ ਹੈ ਕਿਉਂਕਿ ਉਹਦੀ ਕਾਸਟ ਉਹਨਾਂ ਨੇ ਇੰਨੀ बढ़ाई ਹੋਈ ਹੈ ਐਂਡ ਡਾਕਟਰ ਸੈਡ ਯੂ ਨੀਡ ਇਟ। ਹੁਣ ਤੁਹਾਡੀ ਉਹ ਭੁੱਖ ਹੋਈ ਕਿ ਨੀਡ ਹੋਈ? ਤੁਹਾਡੀ ਨੀਡ ਹੋ ਗਈ। ਲੇਕਿਨ ਭੁੱਖ ਉਹਦੇ ਵਿੱਚ ਕਿਵੇਂ ਹੋ ਸਕਦੀ ਹੈ? ਸੈਕਿੰਡ ਉਹਦੇ ਵਿੱਚ ਆਪਸ਼ਨ ਲਓ, ਯੂ ਜਸਟ ਲੁਕਡ ਐਟ ਦੈਟ ਸਟਫ ਇਜ਼ ਅਵੇਲੇਬਲ ਹੈ ਨਾ, ਐਂਡ ਯੂ ਹੈਵ ਅ yearning desire that I am going to get that by hook and crook, by whatever I do it, है ना। ਈਵਨ ਕਿ ਡਾਕਟਰ ਨੇ ਵੀ ਨਹੀਂ ਰਿਕਮੈਂਡ ਕੀਤਾ ਵੀ ਇਹ ਮੈਨੂੰ ਪਸੰਦ ਆ ਗਈ ਮੈਂ ਲੈਣੀ। ਜਸਟ ਮੇਰੀ ਅੱਖ ਨੇ ਦੇਖਿਆ ਹੈ ਨਾ, ਚੀਜ਼ ਦੇਖੀ ਵਿਦਆਊਟ ਅੰਡਰਸਟੈਂਡਿੰਗ, ਯੂ نو ਆਈ ਵਾਂਟ ਟੂ ਪੋਸੈਸ ਇਟ। ਐਂਡ ਇਸ ਨੂੰ ਅਸੀਂ ਹਰ ਚੀਜ਼ ਤੇ ਟੁਕਾ ਸਕਦੇ ਹਾਂ, ਆਪਣੇ ਕਾਮੀ ਨੇਚਰ ਦੇ ਉੱਤੇ, ਆਪਣੇ ਕ੍ਰੋਧ ਗੁਣੇ ਦੇ ਉੱਤੇ। ਕ੍ਰੋਧ ਦੀ ਅਗੇਨ ਯੂ نو ਬੇਸਿਕਲੀ ਜੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਕ੍ਰੋਧ ਦੀ ਮੈਨੂੰ ਭੁੱਖ ਲੱਗ ਚੁੱਕੀ ਹੈ। ਆਈ ਨੋ ਦਾ ਟੌਪਿਕ ਨਹੀਂ ਹੋਣੇ ਸਾਡਾ ਉਸ ਨੂੰ, ਬਟ ਇਟ ਗੁਰਬਾਣੀ ਸੇਜ਼ ਦੈਟ। ਇੱਕ ਦੋ ਵਾਰੀ ਦਿਨ ਵਿੱਚ ਦੀ ਸ਼ਾਊਟ ਕਰਨਾ ਹੀ ਹੁੰਦਾ, ਨਹੀਂ ਤਾਂ ਚੈਨ ਨਹੀਂ ਹੁੰਦਾ। ਉਹਦੀ ਭੁੱਖ ਲੱਗ ਚੁੱਕੀ ਹੈ। ਸੋ ਜਿਨ੍ਹਾਂ ਮੀਨਸ ਪਰਸਨ ਆਪਣੀ ਹੌਲੀ ਹੌਲੀ ਹੰਗਰ ਨੂੰ ਸਮਝਦਾ ਜਾਂਦਾ ਹੈ ਕਿ ਮੇਰੀ ਜਿਹੜੀ ਹੈ ਅਨਕੁਐਂਚੇਬਲ ਹੰਗਰ ਹੈ, ਇਹ ਕੀ ਚੀਜ਼ ਹੈ, ਇਸ ਦੇ ਬਾਰੇ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਬਸ ਦਿਸ ਡਸ ਨਾਟ ਮੀਨ ਕਿ ਉਹਦੀ ਗਰੋਥ ਜਿਹੜੀ ਹੈ ਉਹ ਰੁਕ ਜਾਂਦੀ ਹੈ। ਓਨਲੀ ਥਿੰਗ ਇਜ਼, ਦੇਖੋ ਮੋਸਟ ਆਫ ਦਾ ਪੀਪਲ ਇਨ ਦਿਸ ਵਰਲਡ ਦੇ ਗਰੋ ਕਰਨ ਤੋਂ ਬਾਅਦ ਆਪਣਾ ਚੈਨ ਲੁਟਾ ਲੈਂਦੇ ਨੇ। ਬਸ ਇਹ ਐਗਜ਼ਾਮਪਲ ਦਿੱਤੀ ਸੀ ਉਸ ਲੇਡੀ ਦੀ ਜਿਹੜੀ ਕਹਿੰਦੀ ਮੇਰੇ ਕੋਲ ਇੰਨੇ ਸਾਰਾ ਹੈਗਾ ਪ੍ਰੋਪਰਟੀ, ਪਰ ਕਹਿੰਦੀ ਫਿਰ ਵੀ ਬੇਚੈਨ ਹੈ। ਫਿਰ ਇਹ ਮਨ ਤੂੰ ਮਤ ਮਾਣ ਕਰੇ ਜੋ ਹੋਂ ਕੁਛ ਜਾਣਦਾ, ਗੁਰਮੁਖ ਨਿਮਾਣਾ ਹੋ। ਇਹ ਅਵਸਥਾ ਬਣੀ ਨਹੀਂ ਆਈ ਥਿੰਕ।
ਇਹ ਅਵਸਥਾ ਜੀ ਬਣ ਸਕਦੀ ਹੈ ਉਸ ਮਨ ਦੀ ਜਿਹੜਾ ਮਨ ਆਪਣੀ ਸੈਲਫ ਇੰਟਰੋਸਪੈਕਸ਼ਨ ਚ ਪੈ ਜਾਏਗਾ, ਉਹਦੀ ਬਣ ਸਕਦੀ ਹੈ ਬਿਲਕੁਲ। ਕਿਉਂਕਿ ਜਨ ਨਾਨਕ ਬਿਨ ਆਪਾਚੀ ਨੇ ਮਿਟੇ ਨਾ ਭ੍ਰਮ ਕੀ ਕਾਈ, ਆਪਾਚੀ ਨੂੰ ਜਿਸ ਨੂੰ ਬਾਕੀ ਐਵੇਂ ਤੁਸੀਂ ਨਹੀਂ ਕਰ ਸਕਦੇ, ਇੰਪੋਜ਼ ਨਹੀਂ ਕਰ ਸਕਦੇ। ਯੈਸ, ਇਹ ਆਪਣੇ ਵਾਸਤੇ ਆ, ਗਾਣ ਵਾਸਤੇ। ਅਗਲਾ ਦੇਖੋ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਦਿਸ ਇਜ਼ ਬਿਊਟੀਫੁਲ। ਹੁਣ ਕਿਸੇ ਚੀਜ਼ ਦੀ ਵਡਿਆਈ ਗਾਣੀ ਹੋਵੇ ਅਸੀਂ, ਹੈ ਨਾ, ਮੈਂ ਇੱਕ ਐਗਜ਼ਾਮਪਲ ਪਾਇਆ ਨੀਚੇ ਕਿ ਤੁਸੀਂ ਕਿਸੇ ਫੂਡ ਦੀ ਕਿਸੇ You missed a line. ਸੁਖ ਮਨ ਆਏ ਸੌਰੀ ਜੀ, ਓਕੇ। ਕਰਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸੋ ਉੱਤੇ ਵਾਲੇ ਦੇ ਨਾਲ ਹੀ ਸੀ, ਪੋਇਟਿਕ ਨਾ ਇੱਕੋ ਜਿਹਾ ਚੱਲ ਰਿਹਾ ਸੀ। ਸੋ ਮੇ ਵੀ ਇਸ ਕਰਕੇ ਮੈਂ ਮਿਸ ਕਰ ਦਿੱਤਾ ਹੈ ਕਿ ਇਟਸ ਅ ਫੀਲਿੰਗ ਜਿਨ ਇੱਛਾ ਸਭ ਪੁਜਾਈਆਂ ਮੀਨਸ ਕਿ ਜਦੋਂ ਹੀ ਮੈਂ ਆਪਣਾ ਆਧਾਰ, ਆਪਣੀ ਫਾਊਂਡੇਸ਼ਨ ਨੂੰ ਬਦਲਿਆ, ਦੁਨਿਆਵੀ ਨੂੰ ਛੱਡ ਕੇ ਸੱਚ ਨੂੰ ਆਪਣਾ ਫਾਊਂਡੇਸ਼ਨ ਬਣਾ ਲਿੱਤਾ, ਤੇ ਮੇਰੇ ਅੰਦਰ ਉਸ ਸ਼ਾਂਤੀ ਨੇ, ਉਸ ਪੀਸ ਨੇ, ਉਸ ਆਨੰਦ ਨੇ ਜਗ੍ਹਾ ਲੈ ਲਿੱਤੀ। and I felt that desireless state. Please desireless state ਨੂੰ ਫਿਰ ਨਾ ਕਹਿ ਦੇਣਾ ਕਿ ਉਹਨੂੰ ਵਿਟਾਮਿਨ ਏ ਨਹੀਂ ਚਾਹੀਦਾ। ਵਿਟਾਮਿਨ ਏ ਉਹਨੂੰ ਚਾਹੀਦਾ ਹੀ ਹੈ ਬੰਦੇ ਨੂੰ, ਉਹਦੀ ਅੱਖਾਂ ਨਾਲ ਦੇਖਣਾ ਹੈ। ਇਹਨੂੰ ਇੱਕ ਵਾਰ ਦੁਬਾਰਾ ਬੋਲ ਦਿਓ ਪਲੀਜ਼। ਕਰ ਸ਼ਾਂਤ ਸੁਖ ਮਨ ਆਏ ਵਸਿਆ, ਹਾਂਜੀ। ਜਿਨ ਇੱਛਾ ਸਭ ਪੁਜਾਈਆਂ। ਕਹਿੰਦੇ ਨੇ ਕਿ ਇਹ ਸੁਖ ਸ਼ਾਂਤ ਕਿਵੇਂ ਵਸਿਆ, ਕਿਉਂਕਿ ਮੈਂ ਜਦੋਂ ਉਸ ਦਾ ਨਾਮ ਦਾ ਆਧਾਰ ਬਣਾ ਲਿੱਤਾ, ਸੱਚ ਨੂੰ ਆਧਾਰ ਬਣਾ ਲਿੱਤਾ, ਤੇ ਮੈਂ ਉਹ ਅਵਸਥਾ ਪ੍ਰਾਪਤ ਕਰ ਲਿੱਤੀ ਜਿੱਥੇ ਸਾਰੀਆਂ ਇੱਛਾ, ਸਾਰੀਆਂ ਡਿਜ਼ਾਇਰਸ ਮੁੱਕ ਜਾਂਦੀਆਂ ਨੇ। ਸਭ ਇੱਛਾ ਪੂਰੀਆਂ ਜਾ ਪਾਇਆ ਅਨਨੈਸੈਸਰੀ ਜੀ। ਤੇ ਇਸ ਤਰੀਕੇ ਨਾਲ ਮੇਰੇ ਅੰਦਰ ਉਹ ਵਾਲੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਸੋ ਮੈਂ ਬ੍ਰੈਕਟ ਵਿੱਚ ਲਿਖਿਆ ਐਨੀ ਐਕਸਪੀਰੀਅੰਸ ਇਨ ਦਿਸ ਸਟੇਟ। ਕਦੀ ਕਦੀ ਇਸ ਤਰ੍ਹਾਂ ਦਾ ਅਨੁਭਵ ਹੋਇਆ ਹੈ ਕਿ I am really not looking forward to anything in this life. I mean not in the negative sense. I am not saying in the negative sense कि भी hopelessness है, मैं ਉਹਦੀ ਗੱਲ ਨਹੀਂ ਕਰ ਰਹੀ। Not looking forward to ਦਾ ਮਤਲਬ ਹੈ ਕਿ ਜੇ ਮੇਰਾ ਪੁੱਤਰ ਨਹੀਂ ਪੜਿਆ ਨਾ, ਇਵਨ ਦੈਨ ਮੇਰੀ ਪੀਸ ਨਹੀਂ ਲੂਜ਼ ਹੋਣੀ। ਜੇਕਰ ਮੇਰੇ ਘਰ ਪੋਤਰਾ ਨਹੀਂ ਜੰਮਿਆ ਨਾ, ਇਵਨ ਦੈਨ ਮੈਂ ਅਡੋਲ ਹਾਂ। ਜੇਕਰ ਮੇਰੀ ਘਰ ਦੇ ਵਿੱਚ ਮੈਨੂੰ 5 ਸਾਲ ਰਹਿਣ ਨੂੰ ਨਾ ਮਿਲੇ ਨਾ, ਦੈਟਸ ਓਕੇ। ਪਤਾ ਨਹੀਂ ਕਦੋਂ ਕੱਲ ਫਲੱਡ ਆ ਜਾਵੇ, ਹਾਊ ਡੂ ਆਈ ਨੋ, ਨਹੀਂ ਪਤਾ ਸਾਨੂੰ। ਡਿਜ਼ਾਇਰਲੈਸ ਸਟੇਟ ਦਾ ਮਤਲਬ ਇਹ ਹੁੰਦਾ that I am okay even then, but I am enjoying that also. ਮੈਂ ਆਪਣੇ ਪੁੱਤਰ ਨੂੰ ਇੰਜੋਏ ਕਰ ਰਹੀ ਹਾਂ, ਇਸ ਘਰ ਦੇ ਹਰ ਕਮਰੇ ਨੂੰ ਇੰਜੋਏ ਕਰ ਰਹੀ ਹਾਂ, ਹੈ ਨਾ। ਮੈਂ ਜਿਹੜਾ ਕੱਪੜਾ ਪਾਉਂਦੀ ਆ ਵਾਹਿਗੁਰੂ ਕਹਿ ਕੇ ਤਾਂ ਨਾਮ ਫਬਦਾ ਮੈਨੂੰ, ਮੈਂ ਇੰਜੋਏ ਕਰ ਰਹੀ ਹਾਂ, but I am okay even if it is not there. ਜੇ ਇਹ ਨਹੀਂ ਹੈ ਤੇ ਇਹਨੂੰ ਕਹਿੰਦੇ ਨੇ ਡਿਜ਼ਾਇਰਲੈਸ ਸਟੇਟ ਦਾ ਹੋਣਾ। It's okay. ਪੀਸ Yeah. It's okay ਜੇ ਇਹ ਨਹੀਂ ਹੋਊਗਾ ਤੇ। ਸਬਰ। ਜੇ ਨਹੀਂ ਹੋਏਗਾ ਇਵਨ ਦੈਨ ਉਹ ਡਿਜ਼ਾਇਰਲੈਸ ਹੋ ਗਈ, ਪਰ ਜੇ ਹੈ ਤੇ ਆਈ ਐਮ ਵੈਰੀ ਗੁੱਡ। ਦੈਟਸ ਦਾ ਐਕਸਪੀਰੀਅੰਸ। ਐਂਡ ਆਈ ਥਿੰਕ ਜਿਹੜਾ ਅਸੀਂ ਇੰਟਰੋਸਪੈਕਸ਼ਨ ਕਹਿੰਦੇ ਆ, ਬੈਠ ਕੇ ਇਹਨਾਂ ਚੀਜ਼ਾਂ ਦੇ ਨਾਲ ਆਪਣੀਆਂ ਫਾਈਲ ਖੋਲ੍ਹਣੀਆਂ ਚਾਹੀਦੀਆਂ ਨੇ ਆਪਣੇ ਸਬਕੌਂਸ਼ੀਅਸ ਮਾਈਂਡ ਵਿੱਚ, ਕਿਉਂਕਿ ਜਿਹੜੀ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਫਾਈਲ ਖੁੱਲੀ ਹੋਈ ਹੈ ਨਾ, the moment comes, the situation comes, you read that file that it's there, but your file ही नहीं खुली हुई, how will you read it, where will you read it? File खोलना important है। and I've seen ਇੱਥੇ ਸਾਡੇ ਨਾਲ ਵਾਪਰਿਆ ਕਈ ਲੋਕਾਂ ਨੇ ਇਤਨੇ ਪੁਰਾਣੇ ਰਿਲੀਜਨ ਦੇ ਵਿੱਚ ਇਨਵੋਲਵਡ ਹੈਗੇ ਨੇ, and suddenly the things go up and down in the family, they have lost all the control, total control, ਬਿਕਾਜ਼ ਇਹਨਾਂ ਨੂੰ ਐਕਸਪੀਰੀਅੰਸ ਹੀ ਨਹੀਂ ਕਦੀ ਕੀਤਾ ਸੀ। ਸਿਰਫ ਆਊਟਰ ਪ੍ਰੈਕਟਿਸਿਸ ਸੀਗੀਆਂ, ਇਨਰ ਐਕਸਪੀਰੀਅੰਸ ਆਊਟਰ ਪ੍ਰੈਕਟਿਸ ਦੇ ਵਿੱਚ ਤੇ ਹੈ ਨਾ ਜੀ, ਆਬਲੀਗੇਸ਼ਨ ਹੈ, ਤੁਸੀਂ ਮੈਨੂੰ ਬੁਲਾਇਆ, ਮੈਂ ਤੁਹਾਨੂੰ ਬੁਲਾਇਆ, ਇਹਨਾਂ ਨੇ ਤੁਹਾਨੂੰ ਬੁਲਾਇਆ, ਵੀ ਹੈਵ ਟੂ ਗੋ ਦੈਟ। ਆਊਟਰ ਪ੍ਰੈਕਟਿਸਿਸ ਆਰ ਲਾਈਕ ਦੈਟ।
You have no choice. ਨਹੀਂ ਗੁਰਦੁਆਰੇ ਜਾਣਾ ਜਾਂ ਅਖੰਡ ਪਾਠ ਸਾਹਿਬ ਗੁਰਦੁਆਰੇ ਜਾਣਾ ਹੈ, ਇਸ ਧਰਮ ਨਾਲ ਕਰਕੇ ਜਾਣਾ related because I feel guilty ਕਿ ਅੱਜ ਗੁਰਪੁਰਬ ਹੈ ਨਾ, ਮੈਂ ਮੱਥਾ ਨਹੀਂ ਟੇਕਿਆ ਤੇ so it's not that I am going there today to make myself a part of that family, Guru's family and all that, no. We don't go that way na. ਸੋ ਇਸੇ ਕਰਕੇ ਜਿਵੇਂ ਆਪਾਂ ਕਈ ਵਾਰੀ ਕਹਿੰਦੇ ਕਿ ਬਹੁਤ ਜ਼ਿਆਦਾ ਜਿਹੜੇ ਪਾਠ ਕਰਨ ਵਾਲੇ ਵੀ ਬੰਦੇ ਹੁੰਦੇ ਆ ਜਾਂ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ, ਉਹ ਵੀ ਜਦੋਂ ਉਹਨਾਂ ਤੇ ਕੋਈ ਮੁਸੀਬਤ ਆਉਂਦੀ ਆ ਉਹ ਫਿਰ ਉਹਨਾਂ ਦਾ ਸਬਰ ਟੁੱਟ ਜਾਂਦਾ ਤੇ ਲੋਸਟ ਫੀਲ ਕਰਦੇ ਆ। Lost feel ਕਰਦੇ ਆ, yes, right. ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਹੜੀ ਸਰੈਂਡਰ, ਜਿਹੜੀ ਸਬਮਿਸ਼ਨ, ਕੁਰਬਾਨ, ਸੈਕਰੀਫਾਈਸ ਕੀਤਾ ਉਸ ਨੂੰ, ਕਿਉਂ? ਕਿਉਂਕਿ ਉਸ ਦੀ ਇਹ ਹੀ ਵਡਿਆਈ ਹੈ ਕਿ ਮੇਰੇ ਮਨ ਦੇ ਵਿੱਚ ਉਹ ਸੱਚ ਨੂੰ, ਸ਼ਾਂਤੀ ਨੂੰ ਟਿਕਾ ਦਿੰਦਾ ਹੈ। ਹੁਣ ਟੂ ਅੰਡਰਸਟੈਂਡ ਦਿਸ ਹੈ ਕਿ great food, the importance. For example, Inderpal Kaur relates herself with coconut oil. I eat coconut oil, I massage coconut oil, I drink coconut oil, and now after few months I see, my God, my body the inflammation वास्ते coconut oil शुरू किया सी, inflammation is gone. मैं उसकी वडियाई सांझ कर दिया। सो सेम वे यही है कि जिस गुरु ने इच्छा सारियां मुकवा दित्तियां उसकी वडियाई मन करदा है। ਠੀਕ ਹੈ, एग्जाम्पल समझो, ਉਹ ਆਪਣੇ ਆਪ ਹੀ ਉਸ ਚੀਜ਼ ਦਾ ਇਹ ਹੁਣ- ਐਮਬੈਸਡਰ ਬਣ ਗਿਆ ਨਾ। ਇਹ ਤੁਹਾਡੀ ਉਸ ਵਡਿਆਈ product ਕਰਨਾ ਦਾ। ਹੈ ਕਿ ਮੈਨੂੰ ਹੁਣ ਇਹ ਵਾਲੀ ਅਵਸਥਾ ਉਹਨੇ ਦੇ ਦਿੱਤੀ ਹੈ ਨਾ, ਮੈਨੂੰ ਇੰਟੂਟਿਵਨੈਸ, ਮੈਨੂੰ ਸਹਿਜ, ਮੈਨੂੰ ਪੋਇਜ਼, ਮੈਨੂੰ ਚਿੰਤਾ ਤੋਂ ਮੁਕਤ ਕਰਾ ਦਿੱਤਾ। ਇਹ ਵਡਿਆਈ ਹੈ ਉਸ ਦੀ, ਜਿਸ ਦੀਆਂ ਇਹ ਵਡਿਆਈਆਂ ਵਿਟਾਮਿਨ ਏ ਸੁਣਿਆ ਸੀ, ਪਰ ਵਿਟਾਮਿਨ ਏ ਨੇ ਮੈਨੂੰ ਹੈਲਪ ਕੀ ਕੀਤਾ, ਆਈ ਅੰਡਰਸਟੂਡ ਨਾਓ। ਇੱਕ ਪਾਰਟਿਕੂਲਰ ਵਿਟਾਮਿਨ ਦੀ ਜਿਵੇਂ ਉਹਨਾਂ ਨੇ ਨਾਮ ਦਿੱਤਾ ਨਾ B12, ਜਦੋਂ ਕਮੀ ਹੋ ਜਾਏ ਨਾ, ਐਂਡ ਡਾਕਟਰ ਜਦੋਂ ਕਹਿੰਦਾ ਹੈ ਕਿ ਟੇਕ ਦਿਸ ਫॉर 3 ਮੰਥਸ ਐਂਡ ਦੁਬਾਰਾ ਬਲੱਡ ਟੈਸਟ ਕਰਾ, then we say, oh, this vitamin is great. ਮਤਲਬ ਹੈ ਆਟੋਮੈਟਿਕਲੀ ਜਦੋਂ ਤੁਹਾਨੂੰ ਕਿਸੇ ਚੀਜ਼ ਤੋਂ ਕੋਈ ਫਰਕ ਪੈਂਦਾ, ਤੁਸੀਂ ਆਪਣੇ ਆਪ ਹੀ ਦੱਸਣ ਲੱਗ ਜਾਂਦੇ ਹੋ, ਤੁਹਾਨੂੰ ਲੋੜ ਨਹੀਂ ਪੈਂਦੀ। Yes, it is so automatic process. ਵੀ ਜਦੋਂ ਉਹ ਉੱਥੇ ਪਹੁੰਚ ਗਏ ਤੁਸੀਂ, ਫਿਰ ਉਹ ਆਪਣੇ ਆਪ ਹੀ ਮਨ ਨੇ ਦੱਸਣਾ ਸ਼ੁਰੂ ਪਰ ਤੁਸੀਂ ਕਰ ਦੇਖੋ, ਤੁਸੀਂ ਕਿੰਨੇ ਫੈਟਸ ਲੋਕਾਂ ਕੋਲ ਸੁਣਦੇ ਹੋ, ਇਹ ਖਾ ਲਓ, ਚਾਵਲ ਦਾ ਪਾਣੀ ਪੀ ਲਓ, ਹੈ ਨਾ, ਛੋਟੇ ਔਰ ਰੋਜ਼ ਟਿਪਸ ਦਿੰਦੇ ਨੇ, ਤੁਸੀਂ 2 ਦਿਨ ਅਪਲਾਈ ਕਰਦੇ ਹੋ, ਛੁੱਟੀ ਕਰ ਦਿੰਦੇ ਹੋ, because you do not understand now the process how it works. ਪਰ ਜੇ ਤੁਸੀਂ ਉਹਦੀ ਸਾਇੰਸ ਬਿਹਾਈਂਡ ਸਮਝ ਕੇ ਉੱਤੇ ਪੂਰੀ ਆਪ ਉਹਦੇ ਤੇ ਕੰਮ ਕਰੋ ਪੂਰੇ ਡਿਸਪਲਿਨ ਦੇ ਵਿੱਚ, then you see the actual benefit. ਤੇ ਗੁਰਬਾਣੀ ਵੀ ਆਈ ਹੈ, ਪੂਰਾ ਕੰਪਲੀਟ ਪੈਕੇਜ ਹੈ। ਇੰਜ ਨਹੀਂ ਹੁੰਦਾ ਕਿ ਇੱਕ ਚੀਜ਼ ਰੂਲ ਆਊਟ ਕਰ ਲਓ, ਹੈ ਨਾ, ਸਭ ਠੀਕ ਹੋ ਜਾਏਗਾ, ਬਾਕੀ 6 ਫੈਕਟਰ ਕੌਣ ਕੰਮ ਕਰੇਗਾ? ਮੰਨ ਲਓ I am eating very very conscious diet but I am not exercising. If I am doing exercises but I am not sleeping well, even if I sleep well, my sleep hours are not right, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੇ ਸਾਡੇ ਅੰਦਰ ਫਿਕਸਿੰਗ ਹਾਰਮੋਨ ਹੁੰਦੀ ਹੈ ਉਹਨਾਂ ਦੇ ਪਾਰਟਿਕੂਲਰ ਟਾਈਮਿੰਗਸ ਨੇ। ਕੱਲ ਤਾਂ ਮੈਂ ਬਹੁਤ ਵੱਡੀ ਇਹਨਾਂ ਨੇ ਪਤਾ ਨਹੀਂ ਕਿਤਨੇ ਧਿਆਨ ਨਾਲ ਮੇਰੀ ਫੈਮਿਲੀ ਨੇ ਸੁਣੀ ਹੋਣੀ, ਦਾ ਵੈਰੀ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਮੈਨੂੰ ਲਾਈਫ ਵਿੱਚ ਮਿਲੀ, ਬਿਕਾਜ਼ ਮੈਂ ਵਰਕ ਕਰ ਰਹੀ ਹਾਂ ਆਪਣੀ ਬੋਡੀ ਦੇ ਵਿੱਚੋਂ ਇਨਫਲੇਮੇਸ਼ਨ ਆਊਟ ਕਰਨ ਦੀ। I am working very hard ਕਿ ਇਸ ਬੋਡੀ ਵਿੱਚ ਜਿਹੜੀ ਇਨਫਲੇਮੇਸ਼ਨ ਹੋ ਗਈ ਹੈ, which is really killing my spine, shoulder, ਸਾਰਾ ਕੁਝ ਉਸਨੂੰ ਨਿਕਾਲਣਾ ਹੈ। ਜਿਹੜੀ ਕੱਲ ਲੇਟੈਸਟ ਮੈਨੂੰ ਉਹਦੀ ਅਪਡੇਟ ਮਿਲੀ ਹੈ, it is so like amazing to know ਕਿ ਸਾਡੇ ਬਲੱਡ ਦਾ pH ਲੈਵਲ 7.35 to 7.45 ਦੇ ਵਿੱਚ ਹੋਣਾ ਜ਼ਰੂਰੀ ਹੈ। Only 10 points. If it exceeds that, ਸਾਡੀ ਡੈਥ ਹੋ ਸਕਦੀ ਹੈ। We will die. So body ਆਪਣੇ ਆਪ ਨੂੰ ਬਚਾਉਣ ਵਾਸਤੇ ਕੀ ਕਰਦੀ ਹੈ? This is very very amazing, ਮਤਲਬ I got this
ਕਿ ਹੁਣ ਉਹਨੇ 7.35 ਔਰ 7.45 ਦੇ ਵਿੱਚ ਸਰਵਾਈਵ ਕਰਨਾ ਹੈ। ਜਦੋਂ ਐਸਿਡ ਬਲੱਡ ਦੇ ਵਿੱਚ ਜ਼ਿਆਦਾ ਹੋ ਜਾਂਦਾ ਹੈ, the blood pushes it to the body organs because ਉਹ ਸਾਨੂੰ ਸਾਡੇ ਸਰਵਾਈਵਲ ਵਾਸਤੇ ਕੰਮ ਕਰਦਾ ਹੈ। That's how we go acidic and we get inflammation. ਅੱਜ ਦੁਨੀਆ ਦੇ ਵਿੱਚ 90% ਲੋਕਾਂ ਨੂੰ ਇਨਫਲੇਮੇਸ਼ਨ ਹੋ ਚੁੱਕੀ ਹੈ, ਜੋੜਾਂ ਦੇ ਦਰਦ ਹੈ ਨਾ, ਕਿਤੇ ਕਿਤੇ ਇੰਟੈਸਟਾਈਨ ਦੀ ਇਨਫਲੇਮੇਸ਼ਨ ਹੀ ਇਨਫਲੇਮੇਸ਼ਨ ਹੈ। ਪਰ ਕਮਾਲ ਹੈ ਕੁਦਰਤ ਦੇ ਨਿਯਮ ਦੇ ਵਿੱਚ ਹਾਊ ਇਟ ਵਰਕਸ, ਕਿੰਨਾ ਪਰਫੈਕਟ ਸਿਸਟਮ ਹੈ। ਬਲੱਡ ਨੂੰ ਪਤਾ ਹੈ ਉਹਨੇ ਕਿ ਤੁਹਾਨੂੰ ਜੀਵਾਣਾ ਹੈ, ਉਹਨੇ ਸਾਰੇ ਐਸਿਡ ਨੂੰ ਪ੍ਰੈਸ ਕਰਕੇ ਭੇਜ ਦੇਣਾ ਦੂਜੇ ਆਰਗਨਸ ਵਿੱਚ, ਐਂਡ ਸਾਨੂੰ ਕੋਈ ਵੀ ਉਸ ਜੜ ਤੋਂ ਟ੍ਰੀਟ ਨਹੀਂ ਕਰਦਾ। ਸੋ ਇਸ ਵਡਿਆਈ ਜਿਹੜੀ ਹੈ ਉਸ ਦੀ ਹੈ ਜੋ ਸਾਨੂੰ ਆਪਣਾ ਨਿਯਮ ਸਮਝਾਉਂਦਾ ਹੈ ਕਿ ਤੂੰ ਕਿਵੇਂ ਗੈਟ ਰਿਡ ਆਫ ਆਪਣੀਆਂ ਇੰਪਿਉਰਿਟੀਜ਼ ਤੋਂ ਹੋ। ਕਹੇ ਨਾਨਕ ਸੁਣੋ ਸੰਤੋ। ਸੰਤੋ ਕੌਣ ਨੇ? ਸੰਤੋ ਕਿਹਨੂੰ ਕਹੋਗੇ? ਗਿਆਨੀ ਤੇ ਮੈਂ ਇੰਗਲਿਸ਼ ਵਿੱਚ ਕੀ ਲਿਖਿਆ? ਸੀਕਰ ਹਾਂ, ਅਸੀਂ ਸਾਰੇ ਹੀ ਸੰਤੋ ਹਾਂ। ਠੀਕ ਜਿਸ ਨੂੰ ਵੀ ਸੱਚ ਪਾਉਣ ਦੀ ਜਿਗਿਆਸਾ ਹੋਏ ਉਹ ਸੰਤੋ ਅਵਸਥਾ ਤੇ ਆ ਜਾਏ। ਸ਼ਬਦ ਧਰੋ ਪਿਆਰੋ। ਸੋ ਮੈਂ ਲਿਖਿਆ ਤੁਹਾਡੇ ਵਾਸਤੇ ਹਾਊ ਟੂ ਕ੍ਰੀਏਟ ਰਿਲੇਸ਼ਨਸ਼ਿਪ ਵਿਦ ਦਾ ਸ਼ਬਦ। ਸ਼ਬਦ ਧਰੋ ਪਿਆਰੋ ਮਤਲਬ ਸ਼ਬਦ ਦੇ ਭਾਵ ਪਿਆਰੋ ਮਤਲਬ ਕਿਵੇਂ ਖਾਓ। Keep Shabad in you, think of Shabad all the time. ਹਾਂ ਬਈ ਕਿਸੇ ਵੀ ਚੀਜ਼ ਨਾਲ ਪਿਆਰ ਹੈ ਤਾਂ ਉਹਦੇ ਨਾਲ ਟਾਈਮ ਸਪੈਂਡ ਕਰਦੇ ਹੋ। ਸੋ ਸਪੈਂਡ ਟਾਈਮ ਵਿਦ ਦਾ ਸ਼ਬਦ, ਹੈ ਨਾ। ਜੇ ਬੱਚੇ ਨਾਲ ਪਿਆਰ ਹੋਏ ਤਾਂ ਉਹਦੇ ਨਾਲ ਖੇਡਣਾ ਚਾਹੁੰਦੇ ਆ, ਕਿਤਾਬਾਂ ਨਾਲ ਪਿਆਰ ਹੋਏ ਤਾਂ ਉਹਨਾਂ ਨਾਲ ਬਹਿਣਾ ਚਾਹੁੰਦੇ ਆ। ਸੋ ਸ਼ਬਦ ਦੇ ਨਾਲ ਮਤਲਬ ਸੱਚ ਦੇ ਨਾਲ ਪਿਆਰ ਪਾਓ। ਸਾਚਾ ਨਾਮ ਮੇਰਾ ਆਧਾਰ। ਉਹ ਕਹਿੰਦੇ ਨੇ ਮੇਰੇ ਨਾਮ ਦਾ ਜਿਹੜਾ ਮੈਂ ਫਾਊਂਡੇਸ਼ਨ ਹੈ ਉਹ ਆਪਣੀ ਅੱਜ ਕੱਲ ਨਵੀਂ ਪਾ ਰਿਹਾ, ਨਾਮ ਦੀ ਪਾ ਰਿਹਾ, ਸੱਚ ਦੀ ਪਾ ਰਿਹਾ। ਸੋ ਅਸੀਂ ਜਿਹੜਾ ਰਾਊਟ ਬਣਾਇਆ ਨੀਚੇ ਦੇਖੋ, ਰਿਕੋਗਨਾਈਜ਼ ਸਤਿਗੁਰੂ। ਸਭ ਤੋਂ ਪਹਿਲੇ ਅਸੀਂ ਸਤਿਗੁਰੂ ਸਿੱਖਿਆ ਸੀ ਪਹਿਲੀ ਪੌੜੀ ਵਿੱਚ। ਸਤਿਗੁਰੂ ਮੈਂ ਪਾਇਆ ਹੈ ਨਾ ਸਭ ਤੋਂ ਪਹਿਲੀ ਕਲਾਸ ਦੇ ਵਿੱਚ ਕਿ ਸਤਿਗੁਰੂ ਨੂੰ ਪਹਿਚਾਨਣਾ ਹੈ। ਫਿਰ ਦੂਸਰੀ ਪੌੜੀ 'ਚ ਕੀ ਸਿੱਖਿਆ? ਉਸ ਅੱਗੇ ਸਰੈਂਡਰ ਕਰਕੇ ਉਹਦੇ ਕੋਲੋਂ ਵਿਵੇਕਤਾ ਮੰਗਣੀ ਹੈ। ਕਿੱਥੇ ਇਸਤੇਮਾਲ ਕਰਨਾ ਹੈ? ਆਪਣੇ ਮਨ ਦਾ ਨਵਾਂ ਆਧਾਰ ਬਣਾਉਣਾ ਹੈ। ਆਧਾਰ ਦੇ ਵਿੱਚ ਮਨ ਕੀ ਐਕਸਪੀਰੀਅੰਸ ਕਰ ਸਕਦਾ ਹੈ? ਡਿਜ਼ਾਇਰਲੈਸ ਸਟੇਟ। ਕਿਉਂਕਿ ਹੁਣੇ ਇਹ ਆਧਾਰ ਬਣਾਇਆ ਨਹੀਂ, ਇਸ ਕਰਕੇ ਇਹ ਅਵਸਥਾ ਹੈ ਨਹੀਂ। ਜਦੋਂ ਅਸੀਂ ਇਸ ਨੂੰ ਨਵਾਂ ਕ੍ਰੀਏਟ ਕਰਦੇ ਹਾਂ ਤਾਂ ਇਹ ਵਾਲੀ ਸਟੇਟ ਨੂੰ ਐਕਸਪੀਰੀਅੰਸ ਕਰ ਸਕਦਾ ਹੈ ਮਨ। ਸੋ ਪੰਜਵਾਂ ਹੋ ਰਿਹਾ ਹੈ ਕਿ ਅੰਦਰ ਸੱਚ ਦੇ ਨਾਦ, ਸੱਚ ਦੀਆਂ ਵਿਚਾਰਾਂ ਹੁਣ ਉੱਠਦੀਆਂ ਨੇ। ਆਈ ਸਟਿਲ ਰਿਮੈਂਬਰ ਵਨ ਵੀਰ ਜੀ ਇਨ ਦਿੱਲੀ, ਜਦੋਂ ਸਾਡੇ ਨਾਲ ਗੁਰਬਾਣੀ ਦੇ ਪ੍ਰੋਗਰਾਮਸ ਅਸੀਂ ਇਕੱਠੇ ਕਰਦੇ ਸਨ ਅਟੈਂਡ, ਤੇ ਹੀ ਸੈਡ ਕਿ ਲਾਈਕ ਮੇਰੀ ਜ਼ਿੰਦਗੀ ਤੂਫਾਨ ਆ ਗਿਆ। ਕਿਹੜਾ ਤੂਫਾਨ ਆ ਗਿਆ ਜੀ? ਮੈਂ ਮੋਟਰ ਪਾਰਟਸ ਤੇ ਡੁਪਲੀਕੇਟ ਪਾਰਟਸ ਦਾ ਬਿਜ਼ਨਸ ਕਰਦਾ ਵਾਂ। I want to switch it to the original. Now this is a big job. ਮੇਰੀ ਫੈਮਿਲੀ ਹੈ। ਇੰਨੇ ਟਾਈਮ ਜਦੋਂ ਤੱਕ ਮੈਂ ਸਵਿਚ ਕਰਕੇ ਸੈਟਲ ਹੋਵਾਂਗਾ, ਹੈ ਨਾ, there is a big period. And then he took courage, he made it. ਅੱਜ ਉਹਦੇ ਵਾਲੇ ਚ ਡੀਲ ਕਰਦੇ ਨੇ। But that was a very transition period, was very hard ਉਹਨਾਂ ਵਾਸਤੇ। ਤੁਸੀਂ ਸੋਚੋ ਕਿੰਨਾ ਹਾਰਡ ਹੋ ਜਾਂਦਾ ਹੈ। ਅਸੀਂ ਕਿਸੇ ਵੀ ਬਿਜ਼ਨਸ, ਕਿਸੇ ਵੀ ਕੰਮ ਵਿੱਚ ਆ, ਬਟ ਮਨ ਜਦੋਂ ਆਵਾਜ਼ਾਂ ਮਾਰਦਾ ਹੈ ਕਿ ਨਹੀਂ ਨਾ ਸਿਗਰਟ ਵੇਚ, ਹੈ ਨਾ, ਕਾਹਨੂੰ ਸਿਗਰਟ ਵੇਚਣੀਆਂ ਨੇ ਤੂੰ ਦੁਨੀਆ ਦੇ ਵਿੱਚ, ਕਿਉਂ ਲੋਕਾਂ ਨੂੰ ਬਿਮਾਰ ਕਰਨਾ ਹੈ। ਸੋ that transition period is very hard. ਬਟ ਕੀ ਹੈ, ਜਦੋਂ ਇਹ ਅਲਟੀਮੇਟ ਟਰੁਥ ਅੰਦਰ ਵਾਈਬ੍ਰੇਟ ਹੁੰਦਾ ਰਹਿੰਦਾ ਹੈ ਤੇ ਮਨ ਟੇਕਸ ਦੈਟ ਐਕਸ਼ਨ।
ਜੇ ਵਾਈਬ੍ਰੇਟ ਨਹੀਂ ਹੁੰਦਾ ਤੇ ਮਨ ਉਧਰੋਂ ਬਦਲਾਵ ਨਹੀਂ ਕਰਦਾ। ਅੱਜ ਸਾਡੇ ਕੋਲ ਹੈ ਨਹੀਂ, ਸਾਡੇ ਵੀਰ ਜੀ ਉਹਨਾਂ ਦਾ ਇੱਕ ਕੁਐਸਚਨ ਸੀ ਕਿ ਪ੍ਰੋਫੈਸ਼ਨਲਿਜ਼ਮ ਔਰ ਵਰਸਸ ਦਿਸ, ਸੋ ਦਿਸ ਇਜ਼ ਦਾ ਆਨਸਰ ਕਿ ਜਦੋਂ ਅੰਦਰੋਂ ਵਾਈਬ੍ਰੇਸ਼ਨਸ ਆ ਜਾਂਦੀਆਂ ਨੇ ਤੇ ਮਨ ਮੇਕਸ ਦਾ ਸਵਿਚ। ਪੰਜ ਸ਼ਬਦ ਮਤਲਬ ਹਮੇਸ਼ਾ ਟਰੁੱਥ ਨੂੰ ਕਹਿੰਦੇ ਆ। ਸਿਰਮੋਹਰ ਸਭ ਤੋਂ ਉੱਚਾ ਵੀ ਕਹਿੰਦੇ ਆ। ਪੰਜ ਦੇ ਬੜੇ ਮੀਨਿੰਗ ਹੁੰਦੇ ਨੇ। ਦ ਟੌਪ ਮੋਸਟ, ਯੂ نو, ਦ ਅਲਟੀਮੇਟ, ਜਾਂ ਚੋਣ ਨੂੰ ਯਾ ਕਰਕੇ ਘਰ ਸਪਾਗੈ ਸ਼ਬਦ ਵਾਜੇ। ਇੱਥੋਂ ਉੱਪਰ ਹਾਂਜੀ। ਕਰਕੇ। ਘਰ ਸਬਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ। ਕਲਾ ਕੀ ਹੁੰਦੀ ਹੈ? Art. ਕਲਾ ਆਰਟ ਹੁੰਦੀ ਹੈ। ਯੈਸ, ਕਲਾ ਇਜ਼ ਆਰਟ। ਸੋ ਇੱਥੇ ਕੀ ਹੈ ਇਹਦੇ ਵਿੱਚ? ਡਿਵਾਈਨ ਆਰਟ, ਡਿਵਾਈਨ ਪਾਵਰ, ਡਿਵਾਈਨ ਸ਼ਕਤੀ, ਕਲਾ, ਤਾਕਤ, ਆਰਟ, ਸਕਿੱਲ। Skill. Yeah, Skill. yeah. ਸੋ ਜਦੋਂ ਇਹ ਵਾਲੀ ਸੱਚ ਦੀ ਵਾਈਬ੍ਰੇਸ਼ਨ ਅੰਦਰ ਹੁੰਦੀ ਹੈ ਤੇ ਵਾਹਿਗੁਰੂ ਕੀ ਦਿੰਦਾ ਹੈ? ਫਿਰ ਤਾਕਤ ਵੀ ਦਿੰਦਾ ਹੈ ਟੂ ਵਰਕ ਔਨ ਇਟ। ਆਪਣੀ ਕਲਾ, ਆਪਣੀ ਸਮਰੱਥਾ। ਸਕਿੱਲ ਹੈ ਕਿ ਸਟਰੈਂਥ ਹੈ? ਨਹੀਂ, ਅਸੀਂ ਕਹਿ ਰਹੇ ਹਾਂ ਕਿ ਕਲਾ ਦਾ ਮਤਲਬ ਸਕਿੱਲ ਵੀ ਹੁੰਦਾ ਹੈ, ਪਰ ਇੱਥੇ ਸਟਰੈਂਥ ਹੈ। Okay. here it is strength. So we were discussing many different meanings of kala. Okay. So here it is strength, his power. जी। ਪੰਜ ਦੂਤ ਤੁਧ ਵਸ ਕੀਤੇ। ਹੁਣ ਐਕਸਪ੍ਰੈਸ਼ਨ ਦੇਖੋ ਇਸ ਪੌੜੀ ਦਾ ਕਿ ਉਹ ਜਿਹੜੀ ਉਹਨੇ ਆਪਣੀ ਸਟਰੈਂਥ, ਤਾਕਤ ਦਿੱਤੀ, ਉਹਦਾ ਇਸਤੇਮਾਲ ਕਿੱਥੇ ਕਰਨਾ ਸੀ? ਕਿ ਆਪਣੇ 5 ਡੈਮਨਸ ਨੂੰ ਕੀ ਕਰਨ ਵਾਸਤੇ? ਸੁਪਰੈਸ। ਹਾਂ, ਉਹਨਾਂ ਨੂੰ ਕੰਟਰੋਲ ਕਰਨ ਵਾਸਤੇ, ਉਹਨਾਂ ਦੀ ਪਾਵਰ ਨੂੰ ਡਾਊਨ ਕਰਨ ਵਾਸਤੇ। ਕਾਲ ਕੰਟਕ, ਕੰਟਕ ਮੈਨੇ ਕੰਟਕ ਕੀ ਹੁੰਦਾ ਹੈ? ਕਾਲ ਦਾ ਦੁਆਰਾ ਮੌਤ, ਕਾਲ ਦੁਆਰਾ ਜਿਹੜੀ ਮੌਤ ਹੁੰਦੀ ਹੈ, ਕੰਟਕ, ਜਿਹਨੂੰ ਅਸੀਂ ਸਪਿਰਿਚੁਅਲ ਡੈਥ ਕਹਿੰਦੇ ਆ। ਕਾਲ ਦਾ ਟਾਰਚਰ। Torture किस तरह? ਕਾਲ ਕੀ ਹੈ? ਕਾਲ ਸਪਿਰਿਚੁਅਲ ਡੈਥ ਹੈ। ਸਪਿਰਿਚੁਅਲ ਡੈਥ ਕੌਣ ਦਿੰਦਾ ਹੈ? ਸਾਡੇ 5 ਵਿਕਾਰ, 5 ਡੈਮਨਸ। So 5 demons give us. 5 demons वही हो गए ना? ਹਾਂਜੀ, ਕਾਮ ਕ੍ਰੋਧ ਲੋਭ ਅਹੰਕਾਰ। We subdue the 5 demons of desire and eliminate fear of spiritual death, the torturer. Contact is what 5 demons. ਕੰਟਕ ਉਹੀ ਹੋ ਗਿਆ ਜਿਹੜੇ ਉਹ ਤੁਹਾਨੂੰ ਮਤਲਬ Torture ਜਿਹੜੇ ਜਿਹੜਾ- ਟੌਰਚਰ ਕਰਦੇ ਮੌਤ ਸੀ, ਮੌਤ ਜਿਹੜੀ ਦਿੰਦੇ ਸੀਗੇ, ਜਿਹੜੇ ਉਹਨਾਂ ਦਾ ਕੰਡਾ ਸਮਝ ਲਓ, ਉਹਨਾਂ ਦਾ ਜਿਹੜੇ- ਪੇਨ, ਉਹਨਾਂ ਦਾ ਪੰਜ ਜਿਹੜਾ, ਸੀਗੇ, ਹਾਂ, ਉਹ- ਜਿਹੜੇ ਉਹਨਾਂ- 5 ਉਹ ਜਿਹੜੀ ਡੈਮਨਸ pain ਮੈਨੂੰ ਦਿੰਦੇ ਪੇਨ ਸੀ। ਦਿੰਦੇ ਸੀ। ਜਿਹੜੀ ਪੇਨ ਦਿੰਦੇ ਉਹ ਸੀ pain। ਉਹਨਾਂ ਤੋਂ ਜਿਵੇਂ Yeah. They used to make me miserable. So ਉਹ ਵਾਲੇ pain. Okay. तुर करम पाया तुद जिन क्यों कौ से नाम हर के लागे। ਹੁਣ ਵੈਰੀ ਇੰਟਰਸਟਿੰਗ ਹੈ, ਦੇਖੋ ਪੁਆਇੰਟ ਕਿ ਅੰਦਰ ਹੀ ਵਾਈਬ੍ਰੇਸ਼ਨ ਹੋਈਆਂ, ਅੰਦਰ ਹੀ ਉਸਨੇ ਤਾਕਤ ਦਿੱਤੀ ਲੜਨ ਵਾਸਤੇ। ਸੋ ਐਵਰੀਥਿੰਗ ਇਜ਼ ਹੈਪਨਿੰਗ ਇਨਸਾਈਡ ਸਾਡੇ। ਤੁਰ ਕਰਮ ਮਤਲਬ ਤੁਰ ਤੋਂ ਜਿਨ੍ਹਾਂ ਨੇ ਆਪਣੇ ਸੈਂਟਰ ਤੋਂ, ਆਪਣੇ ਕੋਰ ਤੋਂ ਜਿਨ੍ਹਾਂ ਨੇ ਕਨੈਕਟ ਕਰਕੇ ਇਹ ਵਾਲੀ ਤਾਕਤ ਲਈ। ਤੁਰ ਕਰਮ, Tur means. ਤੁਰ ਮੀਨਸ center. ਤੁਰਾ, ਮੇਰਾ ਸੈਂਟਰ, ਮਾਈ ਐਕਸਿਸ, ਮਾਈ ਕੋਰ।
ਪਰ ਦੇਖੋ ਤੁਹਾਨੂੰ ਕਿਤੇ ਬਾਹਰ ਨਹੀਂ ਜਾਣਾ ਪਿਆ ਹਨਾ, ਕਿਤੇ ਕਿਸੇ ਤੋਂ ਕੁਛ ਪੁੱਛਣਾ ਨਹੀਂ ਨਹੀਂ ਪਿਆ, ਪਿਆ। ਕਿਸੇ ਤੋਂ ਕੁਝ ਮੰਗਣਾ ਨਹੀਂ ਪਿਆ। ਮੈਂ ਕਿੰਨੇ ਪਰ ਵਜੇ ਫਿਰ ਵੀ ਉੱਠਾਂ ਇੰਨਾ hard ਵਾਲਾ ਕਾਹਤੇ ਇੰਜ ਪਾਵਾਂ ਕਰਦੇ ਜਾਂ ਆਪਾਂ, ਉਂਝ ਪਾਵਾਂ, ਕੁਛ ਨਹੀਂ ਪੁੱਛਣਾ ਸਾਰਾ ਪਿਆ। ਕੁਝ ਆਪਣੇ ਕੰਟਰੋਲ ਚਾਹੇ ਕਰਨਾ ਹਨਾ। ਜਿਵੇਂ ਕਿਸੇ ਦੀ ਹੈਲਪ ਤੁਰ ਨਹੀਂ ਕਰ, ਚਾਹੀਦੀ, ਆਪਾਂ yeah. ਆਪ ਕਰ ਸਕਦੇ। ਕਰ ਜਿਵੇਂ ਆਪਾਂ ਨਹੀਂ ਕਹਿ ਸਕਦੇ ਇਹਨੇ ਮੇਰੀ ਹੈਲਪ ਨਹੀਂ ਸੀ ਕੀਤੀ ਤਾਂ ਕਰਕੇ ਮੇਰਾ ਕੰਮ ਨਹੀਂ ਹੋਇਆ ਨਾ। ਆਪਾਂ ਇੱਥੇ ਕਿਸੇ ਤੇ ਡਿਪੈਂਡ ਵੀ ਨਹੀਂ ਹੈਗੇ, ਨਹੀਂ ਹੈਗੇ। ਸਾਰਾ ਕੁਝ ਕਰ ਤੁਰ ਸਕਦੇ ਆ, ਪਰ ਕਰਨ ਫਿਰ ਦਾ। ਵੀ ਆਪਾਂ ਉਹ ਚੀਜ਼ ਨਹੀਂ ਕਰ ਰਹੇ ਨਾ। So, me. ਬਿਕਾਜ਼ ਉਹੀ ਹੈ ਕਿ ਧਰਮ ਦੀ ਡੈਫੀਨੇਸ਼ਨ ਹੀ ਹਜੇ ਤੱਕ ਸਾਨੂੰ ਗਲਤ ਦਿੱਤੀ ਜਾ ਰਹੀ ਹੈ ਨਾ, ਆਊਟਰ ਕਵਰਿੰਗ ਦਿੱਤੀ ਜਾ ਰਹੀ ਹੈ। Yes. ਤੁਰ ਕਰਮ ਪਾਇਆ ਤੁਧ ਜਿਨ ਕੋ ਕਿਨਾਂ ਨੇ ਸੇ ਨਾਮ ਹਰ ਕੇ ਲਾਗੇ, ਜਿਨ੍ਹਾਂ ਨੇ ਆਪਣੇ ਧੁਰੇ ਤੋਂ ਆਪਣੇ ਕਰਮ ਦੀ ਡੈਫੀਨੇਸ਼ਨ ਪੁੱਛੀ, ਆਪਣੇ ਐਕਸ਼ਨ ਦੀ ਪੁੱਛੀ, ਉਹ ਐਕਚੁਅਲੀ ਨਾਮ ਦੇ ਨਾਲ ਲੱਗੇ ਹੋਏ ਨੇ। ਸੋ ਨਾਮ ਦੇ ਵਿੱਚ ਕਿਹੜੇ ਮਨੁੱਖ ਜੁੜੇ ਹੋਏ ਨੇ? ਜਿਨ੍ਹਾਂ ਨੇ ਆਪਣੇ ਧੁਰੇ ਤੋਂ ਕੰਸਲਟ ਕਰਕੇ ਆਪਣਾ ਐਕਸ਼ਨ ਕੀਤਾ। ਅਸੀਂ ਹਜੇ ਅੱਜ ਪੜ੍ਹ ਨਹੀਂ ਰਹੇ ਆਸਾ ਦੀ ਵਾਰ ਬਾਣੀ। ਆਸਾ ਦੀ ਵਾਰ ਬਾਣੀ ਚਾਹੁੰਦਾ ਹੈ ਕਿ ਅਲਟੀਮੇਟਲੀ ਕੰਸਲਟੇਸ਼ਨ ਦੇਖੋ ਹਰ ਮਨੁੱਖ ਨੇ ਕਰਨੀ ਹੈ। we have to consult somebody to make our final decision. So consultation is at 3 levels. Number 1, I can consult my people around me, my family, my friends. Number 2, I consult with my advisor sitting in my mind. काम क्रोध लोभ मोह अहंकार। काम नेव सत पुछिए बह बह करे विचार। काम ਨੂੰ ਪੁੱਛਦੇ ਆ ਹੈ ਨਾ what kind of cloth should I buy, what kind of interior I should have। ਕ੍ਰੋਧ ਨੂੰ ਪੁੱਛਦੇ ਆ। ਸੋ ਬੜਾ ਸੋਹਣਾ ਆਸਾ ਦੀ ਵਾਰ ਦੇ ਵਿੱਚ ਪਹਿਲੇ ਆਲੇ ਦੁਆਲੇ ਪੁੱਛਿਆ ਲੋਕਾਂ ਨੂੰ, ਸੈਕਿੰਡ ਤੇ ਆਪਣੇ ਐਡਵਾਈਜ਼ਰ ਜਿਹੜੇ ਅੰਦਰ ਬੈਠੇ ਨੇ ਉਹਨਾਂ ਨੂੰ ਪੁੱਛਿਆ, ਥਰਡ ਇਜ਼ ਕਮਸ ਦ ਕੋਰ ਧੁਰਾ ਜਿੱਥੇ ਗੁਰ ਬੈਠਾ ਉਹਨੂੰ ਪੁੱਛਣਾ। 3 levels no yes ਇਸ ਕਰਕੇ ਕਹਿੰਦੇ ਨੇ, ਇੱਕ ਸੈਕਿੰਡ, ਇਸ ਕਰਕੇ ਕਹਿੰਦੇ ਨੇ ਕਿ ਜਦੋਂ ਅਸੀਂ ਧੁਰੇ ਤੋਂ ਲੈਂਦੇ ਆ ਨਾ ਐਕਸ਼ਨ ਕਰਮ ਲੈਂਦੇ ਆ ਨਾ, ਤੇ ਹਮੇਸ਼ਾ ਨਿਸ਼ਾਨੇ ਤੇ ਤੀਰ ਵੱਜਦਾ ਹੈ। ਤੀਰ ਗਲਤ ਨਹੀਂ ਵੱਜਦਾ ਫਿਰ। ਯੈਸ ਹਾਂਜੀ ਹੁਣ ਪੁੱਛੋ। Can you say that explanation for ਤੁਰ this line again? ਤੁਰ ਇਜ਼ ਸਾਡਾ ਧੁਰਾ, ਸਾਡਾ ਕੋਰ ਨਿਊਕਲੀਅਸ ਹੈ ਨਾ, ਜਿੱਥੇ ਸੱਚ ਸਾਨੂੰ ਦੀ ਆਵਾਜ਼, ਜ਼ਮੀਰ ਜਿਹਨੂੰ ਕਹਿੰਦੇ ਆ, ਕੌਨਸ਼ੀਅਸਨੈਸ, ਗੁਰ। ਕਰਮ ਮੀਨ ਸਾਡਾ ਐਕਸ਼ਨ। ਜਿਹੜੇ ਮਨ, ਜਦੋਂ ਮਨ ਧੁਰੇ ਤੋਂ ਆਪਣੇ ਐਕਸਿਸ ਤੋਂ ਆਪਣੇ ਕਰਮ ਕੀ ਕਰਦਾ ਹੈ, ਸਰਟੀਫਾਈ ਕਰਾਂਦਾ ਹੈ, ਸਰਟੀਫਾਈ ਕਰਾਂਗੇ। what can we say? confirm, confirm ਕਰਾਂਦਾ ਹੈ ਔਰ yeah Approval ਲੈਂਦਾ। approval yes approval ਸੇ ਨਾਮ ਹਰ ਕੇ ਲਾਗੇ। ਸੋ ਉਹ ਐਕਚੁਅਲੀ ਨਾਮ ਦੇ ਨਾਲ ਜੋੜਨ ਵਾਲੇ ਹੁੰਦੇ ਨੇ ਐਕਸ਼ਨਸ, ਉਹ ਹੀ ਨਾਮ ਦੇ ਵਿੱਚ ਸਾਨੂੰ ਜੋੜਦੇ ਨੇ। ਕਹੇ ਨਾਨਕ ਤੈ ਸੁਖ ਹੋਵਾ। ਨਾਨਕ ਜੀ ਕਹਿੰਦੇ ਨੇ ਸੁਖ ਕਿੱਥੇ ਹੈ? ਜਿੱਥੇ ਜਿਹੜੇ ਕਨੈਕਟਡ ਉੱਤੇ ਨਾਮ ਦੀ ਜਿਹੜੀ ਗੱਲ ਦੱਸੀ ਹੈ, ਤਿਤ ਕਰ ਅਨਹਤ ਵਾਜੇ, ਉਹਨਾਂ ਦੇ ਘਰ ਦੇ ਵਿੱਚ ਅਨਹਦ ਸੱਚ ਦੀ ਵਾਈਬ੍ਰੇਸ਼ਨਸ ਹੁੰਦੀਆਂ ਨੇ। ਸੋ ਇੰਦਰਪ੍ਰੀਤ, ਕੈਨ ਯੂ ਰੀਡ ਦਿਸ ਫॉर us everyone? says Nanak. Says Nanak, in that state, peace exists, and those who get connected to the core, a constant contemplation of truth arises within their homes. ਹਾਂ, ਹਮੇਸ਼ਾ ਵਾਸਤੇ ਉੱਥੇ ਇੱਕ ਕੰਟੈਂਪਲੇਸ਼ਨ, ਇੱਕ ਸੋਚ ਦਾ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਸੋਚ ਦਾ ਪ੍ਰੋਸੈਸ ਕੀ ਹੈ ਕਿ ਹੁਣੇ ਮੈਨੂੰ ਠਿੱਠ ਕਰਦੇ ਆ, ਹੁਣੇ ਮੈਨੂੰ ਡਾਊਨ ਕਰਦੇ ਆ, ਹੈ ਨਾ, ਫਿਰ ਮੇਰੇ ਅੰਦਰ ਇੱਕ ਹੋਰ ਬੀਜ ਪੈ ਜਾਏਗਾ, ਫਿਰ ਉਹ ਬੀਜ ਉੱਗੇਗਾ। ਸੋ ਮੈਂ ਨਹੀਂ ਕਰਦਾ, ਮੈਂ ਬੀਜ ਨਹੀਂ ਪਾਉਂਦਾ, ਸੋਚ ਦਾ ਬੀਜ ਸ਼ੁਰੂ ਹੋ ਜਾਂਦਾ ਹੈ ਇੱਕ। ਸੋ ਸਾਡੀ ਲਾਸਟ ਐਕਸਰਸਾਈਜ਼ ਜਿਹੜੀ ਅਸੀਂ ਅੱਜ ਕਰਨੀ ਹੈ, to be in the desireless mode, be proactive by participating in the inner battle with the 5 demons and conquer the spiritual death.
ਬੜਾ ਵੱਡਾ ਐਕਸਰਸਾਈਜ਼ ਹੈ ਕਿ ਪ੍ਰੋਐਕਟਿਵ ਹੋਣਾ, ਅੰਦਰ ਵਾਲਿਆਂ ਦੇ ਨਾਲ ਲੜਾਈ ਕਰਨਾ। ਸੋ ਆਈ ਵਾਂਟ ਟੂ ਡੂ ਵਨ ਵੈਰੀ ਸਿੰਪਲ ਐਕਸਰਸਾਈਜ਼ ਤੁਹਾਡੇ ਸਾਰਿਆਂ ਦੇ ਨਾਲ। ਕੰਟੈਂਪਲੇਸ਼ਨ ਸ਼ੀਟ ਨੰਬਰ 3 ਕੱਢੋ। ਐਮਨ ਸਭ ਤੋਂ ਵੱਡਾ ਦੂਤ ਕੌਣ ਹੈ ਸਾਡਾ? ਹੋਮੇ ਈਗੋ, ਇੱਧਰ ਕੱਢੋ। ਕਾਲ ਕੰਟਕ ਹੈ ਨਾ। ਓਕੇ, ਸੋ ਅੱਜ ਸਾਡਾ ਟੌਪਿਕ ਨਹੀਂ ਹੈ ਕਿ ਈਗੋ ਕੀ ਹੈ, ਲੇਕਿਨ ਮੈਂ ਇਨ ਸ਼ਾਰਟ ਇੱਕ ਲਾਈਨ ਵਿੱਚ ਦੱਸਦੀ ਹਾਂ ਕਿ ਈਗੋ ਕੀ ਹੁੰਦੀ ਹੈ, ਤਾਂ ਕਿ ਤੁਸੀਂ ਆਪਣੇ ਲੈਵਲ ਨੂੰ ਸਮਝ ਸਕੋ। ਈਗੋ ਮੀਨਸ the false identity. Simply, false ਕੀ ਹੁੰਦਾ ਹੈ? ਝੂਠੀ ਪਹਿਚਾਣ, ਆਪਣੀ ਸੱਚੀ ਪਹਿਚਾਣ ਨਾ ਹੋਣੀ। ਫੇਸ ਵੈਲਿਊ, ਇਹਦਾ ਮਤਲਬ ਕੀ ਹੋਇਆ ਕਿ ਜਿਤਨਾ ਸਾਡੇ ਬਿਲੀਫ ਸਿਸਟਮ ਸਾਨੂੰ ਮਿਲੇ ਨੇ ਸਾਡੇ ਸਮਾਜ ਤੋਂ, ਸਾਡੇ ਘਰੋਂ, ਸਾਡੇ ਆਲੇ ਦੁਆਲੇ, ਉਹ ਢੇਰ ਸਾਰੇ ਬਿਲੀਫ ਸਿਸਟਮ ਜਦੋਂ ਇਕੱਠੇ ਹੋ ਜਾਂਦੇ ਨੇ ਤੇ ਮਾਈਂਡ ਕੀ ਕਰਦਾ ਹੈ? ਉਹਨਾਂ ਦੀ ਤਾਨਾ ਬੁੰਨਾ ਕਰਦਾ ਹੈ। ਤਾਨਾ ਬੁੰਨਾ ਕਰਨ ਤੋਂ ਬਾਅਦ ਇੱਕ ਆਪਣਾ ਕਿਰਦਾਰ ਬਣਾਉਂਦਾ ਹੈ। ਉਹ ਕੀ ਹੁੰਦੀ ਹੈ? ਫਾਲਸ ਆਈਡੈਂਟੀਟੀ, ਕਿਉਂਕਿ ਉਹ ਬਿਲੀਫ ਸਿਸਟਮ ਕਿਹਨੇ ਦਿੱਤਾ ਸਾਨੂੰ? ਸਮਾਜ ਨੇ। ਸੋ ਈਗੋ ਉੱਥੋਂ ਕ੍ਰੀਏਟ ਹੋ ਜਾਂਦੀ ਹੈ। ਬਿਕੋਜ਼ ਈਗੋ ਦਾ ਜਿਹੜਾ ਚੰਗਾ ਪੱਖ ਹੈ ਉਹ ਮੈਂ ਅੱਜ ਐਕਸਪਲੇਨ ਨਹੀਂ ਕਰ ਰਹੀ, ਬਿਕੋਜ਼ ਈਗੋ ਇਜ਼ ਵੈਰੀ ਗੁੱਡ ਅਕੋਰਡਿੰਗ ਟੂ ਗੁਰਬਾਣੀ, ਲੇਕਿਨ ਉਹ ਕਿੱਥੋਂ ਲੈਣੀ ਹੈ ਉਹ ਮੈਂ ਗੱਲ ਕਰਾਂਗੀ। ਸਿਰਫ ਹੁਣੇ ਅਸੀਂ ਇਹ ਸਮਝਣਾ ਹੈ ਈਗੋ ਕੀ ਹੈ? ਸਾਡੀ ਫਾਲਸ ਆਈਡੈਂਟੀਟੀ, ਜੋ ਅਸੀਂ ਨਹੀਂ ਆ, ਅਸੀਂ ਉੱਥੇ ਨਾਲ ਆਈਡੈਂਟੀਫਾਈ ਕਰ ਲੈਂਦੇ ਆ ਤੇ ਅਸੀਂ ਈਗੋ ਵਿੱਚ ਆ ਜਾਂਦੇ ਆ। ਸੋ ਇਹ ਸਮਾਲ ਐਕਸਪਲੇਨੇਸ਼ਨ ਚੱਲੇਗਾ, ਇੰਨਾ ਕੰਮ ਚੱਲ ਜਾਏਗਾ ਇਹਦੇ ਨਾਲ, ਥੋੜੇ ਦੇ ਨਾਲ। ਓਕੇ, ਤੁਸੀਂ ਆਪਣੀ ਇੰਟਰੋਸਪੈਕਸ਼ਨ ਕਰਕੇ ਟੇਕ 2 minutes and try to rate yourself ਅੱਜ ਦੀ ਡੇਟ ਦੇ ਵਿੱਚ ਤੁਸੀਂ 0 ਤੋਂ 10 ਦੇ ਵਿੱਚ ਕਿੱਥੇ ਹੋ ਆਪਣੇ ਵਾਸਤੇ ਪਰਸਨਲ। ਤੁਹਾਨੂੰ ਸਾਰਾ ਲੈਸਨ ਨਹੀਂ ਪੜਾਇਆ ਈਗੋ ਦਾ, ਬਟ ਇਵਨ ਦੈਨ ਐਪਰੈਂਟਲੀ ਆਪਣੀ ਈਗੋ ਦੇ ਬਾਰੇ ਥੋੜੀ ਸਮਝ ਆ ਜਾਂਦੀ ਹੈ। ਵੈਸੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਤਨੇ ਰੂਪ ਕਰਕੇ ਨਾ ਮੇਰੇ ਅੱਗੇ ਆਉਂਦੀ ਹੈ ਰੋਜ਼ ਨਵਾਂ ਰੂਪ ਲੈ ਕੇ, ਤੇ ਮੈਂ ਇਹਦੇ ਹਰ ਰੂਪ ਨੂੰ ਪਹਿਚਾਣਨ ਵਾਸਤੇ ਮੈਨੂੰ ਤੇਰੀ ਮੱਤ ਚਾਹੀਦੀ ਹੈ ਕਿ ਕਿਸ ਰੂਪ ਵਿੱਚ ਆ ਰਹੀ ਹੈ ਨਾ। ਸੋ ਮੈਨੀ, ਬਟ ਤੁਸੀਂ ਹੁਣੇ ਜਰਨਲ ਕਰੋ। ਕਈ ਵਾਰੀ ਆਪ ਨੂੰ ਨਹੀਂ ਪਤਾ ਲੱਗਦਾ, ਦੂਸਰੇ ਦੀ ਈਗੋ ਤਾਂ ਝਟ ਮੈਂ ਦੱਸ ਦੇਣੀ ਹੈ, ਹੋਰ ਥੋੜਾ ਜਿਹਾ ਐਕਸਪਲੇਨ ਕਰ ਦਿੰਦੀ। ਓਕੇ, ਸ਼ੀ ਇਜ਼ ਰਾਈਟ। ਦੇਖੋ ਕੀ ਹੈ, ਮੈਂ ਤੁਹਾਨੂੰ ਕਿਹਾ ਹੈ ਕਿ ਈਗੋ ਇਜ਼ ਫਾਲਸ ਆਈਡੈਂਟੀਟੀ। ਮਤਲਬ ਮੈਂ ਆਪਣੀ ਆਈਡੈਂਟੀਟੀ ਕਿੱਥੋਂ ਲਈ? ਖੁਖਰੈਣਾ ਦੀ ਕੁੜੀ ਆ, ਹੈ ਦਿੱਲੀ ਵਿੱਚ ਜੰਮੀ ਆ, ਪਿਓ ਮੇਰਾ ਅਮੀਰ, ਵਿਆਹੀ ਮੈਂ ਗਈ ਅਮੀਰ ਨਾਲ, ਬੱਚੇ ਮੈਂ ਬਣਾਏ ਡਾਕਟਰ, ਕੈਨੇਡਾ ਦੀ ਮੈਂ ਸਿਟੀਜ਼ਨ ਆ, ਧਰਮ ਮੈਂ ਪੜ੍ਹਾਉਂਦੀ ਆ। ਓਕੇ, this is one identity I have. Now my second identity is ਮਨ, ਤੂੰ ਜੋਤ ਸਰੂਪ ਹੈ, ਤੂੰ ਸੋਰਸ, ਤੂੰ ਕਿੱਥੋਂ ਆਈ ਹੈ, ਤੇਰਾ ਅਸਲ ਮਾਤਾ ਪਿਤਾ ਕੌਣ ਹੈ, ਤੇਰੇ ਮਾਤਾ ਪਿਤਾ ਦੇ ਅਸਲ ਮਾਤਾ ਪਿਤਾ ਦੇ ਕਿਹੜੇ ਗੁਣ ਨੇ ਤੇਰੇ ਵਿੱਚ। ਐਂਡ देयर आई शेक अप। ਨਾ ਮਾਂ ਗੁਜਰੀ ਵਾਲਾ ਸਬਰ ਹੈ ਨਾ ਪਿਤਾ ਵਾਲਾ ਉਹ ਸੰਤੋਖ, ਨਾ ਸੱਚ। ਦਇਆ। ਸੋ देयर आई नो ਮੈਂ ਸੋਰਸ ਆਫ ਆਇਡੈਂਟੀਟੀ ਜਿੱਥੋਂ ਮੈਂ ਲੈਣੀ ਸੀ ਅਸਲ ਮਾਤਾ ਪਿਤਾ ਵਾਲੀ, ਮੈਂ ਉੱਥੋਂ ਨਹੀਂ ਬਣਾਈ। ਸੋ ਆਈ ਹੈਵ ਟੂ ਕੰਪੇਅਰ ਵੇਅਰ ਡੂ ਆਈ ਨਾਓ। false identity versus my true identity, source ਤੋਂ ਕਿ ਮੈਂ ਓਸ਼ਨ ਤੋਂ ਲਈ ਕਿ ਨਹੀਂ ਲਈ। ਸੋ ਉੱਥੋਂ ਗੈਸ ਕਰਨਾ ਹੈ ਤੁਸੀਂ, ਕਿਉਂਕਿ ਅਦਰਵਾਈਜ਼ ਦੇਖੋ ਤੁਸੀਂ ਬਲੱਡ ਟੈਸਟ ਕਰਾਉਣ ਗਏ ਹੋ, ਡਾਕਟਰ ਨੇ ਰੇਂਜ ਦੇ ਦਿੱਤੀ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ, ਲਾਈਕ ਐਸਿਡਿਕ pH ਦਾ ਦਿੱਤੇ 7.35 ਐਂਡ 7.45, ਤੁਸੀਂ ਇਮੀਡੀਏਟਲੀ ਵਰਕ ਕਰ ਸਕਦੇ ਹੋ, ਪਰ ਇਹਦੇ ਵਿੱਚ ਇਤਨੀ ਵੱਡੀ ਵਾਸਟ ਰੇਂਜ ਹੈ। ਸੋ ਦਾ ਓਨਲੀ ਥਿੰਗ ਇਜ਼ ਸੋਰਸ ਨੂੰ ਦੇਖਣਾ ਹੈ ਤੁਸੀਂ ਕਿ ਤੁਸੀਂ ਅੱਜ ਜੋ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਹੋ, ਡੂ ਯੂ ਆਇਡੈਂਟੀਫਾਈ yourself from the true source, from your true mother and father or not, and how much? 9.99 okay, ਹੋ ਜਾਓ। ਤੁਹਾਨੂੰ ਮੇਰੇ ਨਾਲ ਲੈਣਾ ਪਏਗਾ ਬਿਕਾਜ਼ ਅੱਜ ਬੰਦੇ ਥੋੜੇ ਨੇ। 2 2 4 2 2 4, ਤੁਸੀਂ ਉਹਨਾਂ ਦੇ ਨਾਲ 6, ਤੁਸੀਂ 2 8।
ਵਾਹ ਵਾਹ ਲੜਾਈ ਨਾ ਕਰਨਾ ਘਰ ਜਾ ਕੇ so you can change it okay ਇਸ ਟੌਪਿਕ ਤੇ ਨਹੀਂ ਕਰਾਂਗੇ ਨਹੀਂ ਤੁਸੀਂ ਕਮਲ ਮਨਿੰਦਰ ਨਾਲ ਚਲੇ ਜਾਓ let these two do it okay okay so ਤੁਸੀਂ 5 ਮਿੰਟ ਨਹੀਂ 3 ਤੋਂ 4 ਮਿੰਟ ਆਪਸ ਵਿੱਚ ਡਿਸਕਸ ਕਰਨਾ ਹੈ ਵੀ ਈਗੋਇਸਟਿਕ ਦੇ ਕੀ ਕਰੈਕਟਰਿਸਟਿਕ ਹੁੰਦੇ ਨੇ ਹੈ ਨਾ ਇੱਕ ਦੂਜੇ ਨਾਲ ਸ਼ੇਅਰ ਕਰਨਾ ਹੈ ਤੁਸੀਂ ਇੱਕ ਦੂਜੇ ਨਾਲ ਡਿਸਕਸ ਕਰਨਾ ਹੈ ਵੀ ਈਗੋ ਕਿਹਨੂੰ ਕਹਿੰਦੇ ਆ ਕਿਹੜਾ ਪੁਆਇੰਟ ਹੁੰਦਾ ਵੀ ਬੰਦਾ ਇੰਜ ਬਿਹੇਵ ਕਰੇ ਤੇ ਈਗੋ ਲੱਗਦੀ ਹੈ ਓਕੇ ਐਂਡ ਦੈਨ ਜਦੋਂ ਤੁਸੀਂ ਡਿਸਕਸ ਕਰ ਲੈਂਦੇ ਹੋ ਪੁਆਇੰਟ ਕੁਝ ਇੱਕ ਦੂਜੇ ਦੇ ਨਾਲ ਮੰਨ ਲਓ ਤੁਸੀਂ 5 ਪੁਆਇੰਟ ਬਣਾ ਲਿੱਤੇ ਐਂਡ ਦੈਨ ਵਾਟ ਯੂ ਆਰ ਗੋਇੰਗ ਟੂ ਡੂ ਇਜ਼ ਟੂ ਆਸਕ ਦ ਅਦਰ ਪਰਸਨ what do you think am I egoistic to what level so ਉਹ person ਜੋ ਮਰਜ਼ੀ ਕਵੇ ਜੋ ਵੀ ਕਹੇ ਉਹ ਇੱਥੇ ਪੁਆਇੰਟ ਲਿਖ ਲੈਣਾ ਬਾਹਰ ਹੀ ਕਾਪੀ ਦੇ ਕਿੱਥੇ ਵੀ and then match what you have written yourself please understand ਤੁਸੀਂ ਪਹਿਲੇ ਡਿਸਕਸ ਕਰੋ ਈਗੋ ਕੀ ਹੁੰਦੀ ਹੈ ਕਰੈਕਟਰਿਸਟਿਕ ਕੀ ਹੁੰਦੇ ਹਨ ਨਾ ਪਛਾਣ ਕੀ ਹੁੰਦੀ ਹੈ ਇੱਕ ਦੂਜੇ ਦੇ ਨਾਲ and then second is ਤੁਸੀਂ ਪੁੱਛਣਾ ਕਿ ਤੂੰ ਮੇਰੇ ਬਾਰੇ ਤੇਰਾ ਕੀ ਵਿਚਾਰ ਹੈ ਓਕੇ ਉਹਨੇ ਵਿਚਾਰ ਦੇ ਦਿੱਤਾ ਕਿ ਆਈ ਸੀ ਯੂ ਯੂ نو ਵੈਰੀ ਵਟਐਵਰ ਫਿਰ ਤੁਸੀਂ ਉਸ ਪੁਆਇੰਟ ਨੂੰ ਲਿਖ ਕੇ ਜੋ ਤੁਸੀਂ ਆਲਰੇਡੀ ਨਿਸ਼ਾਨ ਲਗਾਇਆ ਉਹਦੇ ਨਾਲ ਤੁਸੀਂ ਕੰਪੇਅਰ ਕਰਨਾ ਪਲੀਜ਼ ਟੇਕ 5 ਮਿੰਟਸ ਐਂਡ ਡੂ ਇਟ ਹਾਂਜੀ ਆ ਜਾਓ ਇੱਥੇ ਸੋ ਲੈਟ ਮੀ ਡੂ ਮਾਈ Better and you recognize because I cannot recognize. I cannot rate on the scale. It's very hard. It looks like desires. It looks like desires. So more of desires than ego. ਸੋ ਕੁਝ ਕੁ ਪੁਆਇੰਟ ਜਿਹੜੇ ਨਿਕਲੇ ਹੋਣੇ ਸਭ ਦੇ ਅਸੀਂ ਮੋਟੇ-ਮੋਟੇ ਸ਼ੇਅਰ ਕਰ ਲੈਣੇ ਪਰ ਇਸ ਨੂੰ ਅਸੀਂ ਨੈਕਸਟ ਟਾਈਮ ਤੇ ਫਿਰ ਈਗੋ ਨੂੰ ਥੋੜਾ ਜਿਹਾ ਹੋਰ ਡਿਟੇਲ ਲੈ ਲਾਂਗੇ ਬਿਕਾਜ਼ ਪੰਜ ਦੂਤ ਤੋਂ ਦਵਸ ਕੀਤੇ ਹੈ ਨਾ ਅਸੀਂ ਸਿੱਖਣਾ ਸ਼ੁਰੂ ਕਰਨਾ ਹੈ ਕਿ ਹਾਊ ਟੂ ਐਂਟਰ ਇਨਟੂ ਦੈਟ ਵਾਸਤੇ ਤਾਂ ਕਰਾਂਗੇ ਕਿ ਜਦੋਂ ਐਂਟਰ ਕਰਾਂਗੇ ਕਾਲ ਘੰਟਾ ਕਮਾ ਰਿਹਾ ਹੈ ਨਾ ਅਦਰਵਾਈਜ਼ ਤੇ ਪੜ ਕੇ ਆ ਗਏ ਵਿਆਹਾਂ ਤੇ ਸੋ ਇਹਦੇ ਵਾਸਤੇ ਆਪਣੇ ਤੁਸੀਂ ਰਿਕੋਗਨੀਸ਼ਨ ਵਾਲੇ ਪੁਆਇੰਟਸ ਬੋਲ ਦਿਓ ਤਾਂ ਕਿ ਅਸੀਂ ਐਂਡ ਵਿੱਚ ਕਲੱਬ ਅਪ ਕਰ ਲਈਏ ਔਰ ਉਹ ਬਣਾ ਲਈਏ ਤੁਸੀਂ ਈਗੋ ਪਛਾਣ ਦੇ ਕੀ ਦਿੱਤੇ ਨੇ quickly ਮੈਂ ਲਿਖਣਾ To identify with brand names, the way we dress, the car we drive. brand names okay ਹਾਂਜੀ Attitude and body language shows that you are better than the other person. attitude and body language ਹਾਂਜੀ To always put effort and energy into proving you are right. you are right That's the Yeah. okay typical one. Having a Okay. complaining and blaming nature to hide your weaknesses. complaining and blaming okay okay so these are the major And gossiping gossiping about others. Like always talking bad about others. With other people. That makes you feel to It's make you always feel negative ਉਹ about ਏਦਾਂ others. ਕਰਦੇ to ਹੋ make you ਏਦਾਂ feel ਕਰਦੇ ਆ yourself ਅਸੀਂ feel ਏਦਾਂ better. always negative of others ਹਾਂ To make yourself feel better. right thank you ਜੀ ਤੁਹਾਡਾ ਇਸ ਤੋਂ ਨਵਾਂ ਕੋਈ ਪੁਆਇੰਟ ਹੈ ਇਹਨਾਂ ਵਿੱਚੋਂ ਕਿ ਬ੍ਰਾਂਡ ਨੇਮਸ ਦੀਆਂ ਗੱਲਾਂ ਜਦੋਂ ਸਾਨੂੰ ਈਗੋ ਹੋਏ ਤੇ ਸਾਡੀ ਐਟੀਟਿਊਡ ਔਰ ਬਾਡੀ ਲੈਂਗੁਏਜ ਦੱਸ ਦਿੰਦੀ ਹੈ ਕਿ ਯੂ نو ਕਿਸੇ ਕੋਲ ਬੈਠ ਕੇ ਕਿ ਹਾਈ ਕਿੰਨੀ ਈਗੋ ਯੂ نو ਇਹਦੀ ਬੋ ਆ ਰਹੀ ਹੈ ਈਗੋ ਦੀ ਤੇ ਪਰਸਨ ਦੀ ਇਨਫੈਕਟ ਸਾਡੇ ਕੋਲ ਇੱਕ ਐਗਜ਼ਾਮਪਲ ਵੀ ਹੈਗਾ ਦਿੱਲੀ ਦੇ ਵਿੱਚ ਐਂਡ ਮੈਨੀ ਪੀਪਲ ਸੇ ਕਿ ਉਹ ਅੱਧਾ ਘੰਟਾ ਤੁਹਾਡੇ ਕੋਲ ਬਹਿ ਜਾਣ ਤੇ ਯੂ نو ਜਿਵੇਂ ਕੋਈ ਰੋਜ਼ ਆਪਣੀ ਫ੍ਰੈਗਰੈਂਸ ਫੈਲਾ ਦਿੰਦਾ ਹੈ ਤੇ ਇਵੇਂ ਉਹ ਆਪਣੀ ਈਗੋ ਦੀ ਪੂਰੀ ਉਹ ਫੈਲਾ ਕੇ ਉੱਠਦੇ ਨੇ ਤੇ ਚਲੋ ਤੇ ਅਗਲਾ ਇਹਨਾਂ ਨੇ ਕਿਹਾ ਹੈ ਕਿ ਤੁਸੀਂ ਹਮੇਸ਼ਾ ਰਾਈਟ ਮਿਸਟਰ ਐਂਡ ਮਿਸਿਸ ਰਾਈਟ ਹੋਣ ਦਾ ਯੂ نو ਖਿਤਾਬ ਜਿੱਤ ਲੈਂਦੇ ਹੋ ਤੇ ਕੰਪਲੇਂਟਸ ਐਂਡ ਬਲੇਮਿੰਗ ਨੇਚਰ ਜਿਹੜਾ ਹਰ ਵਕਤ ਬਣਿਆ ਰਹਿੰਦਾ ਹੈ ਈਗੋਇਸਟਿਕ ਪਰਸਨ ਦਾ ਤੇ ਦੂਜਿਆਂ ਦੇ ਬਾਰੇ 네ਗੇਟਿਵ ਹੀ ਰਾਏ ਬਣਦੀ ਹੈ ਹਮੇਸ਼ਾ ਲਾਈਕ ਆਲਵੇਜ਼ ਯੂ نو ਕਿਸੇ ਦਾ ਪੋਜ਼ਿਟਿਵ ਦਿਸਦਾ ਹੀ ਨਹੀਂ ਹੈ ਦੈਟ ਸਾਈਨਸ ਆਫ ਈਗੋ ਤੁਹਾਡੇ ਕੋਲ ਕੋਈ ਹੈ ਪੁਆਇੰਟ ਇਹਦਾ ਅਸੀਂ judgment like doesn't matter if it's a negative or positive. I think it is ego. ਜਜਮੈਂਟ ਐਨੀ ਜਨਰਲ ਜਜਮੈਂਟ ਓਕੇ ਇਸ ਤਰ੍ਹਾਂ ਅਸੀਂ ਗੱਲ ਕਰਾਂਗੇ ਜੀ ਜਜਮੈਂਟ ਹਾਂਜੀ ਬਾਕੀ ਸੇਮ ਹੀ ਵਧਾ ਚੜਾ ਕੇ ਆਪਣੇ ਆਪ ਨੂੰ ਪੇਸ਼ ਕਰਨਾ ਪੇਸ਼ ਕਰਨਾ ਓਕੇ ਹਾਂਜੀ ਤੁਹਾਡੇ ਦੋਨਾਂ ਦਾ ਓਕੇ ਡੋਮੀਨੇਟਿੰਗ ਦ ਡਿਸਕਸ਼ਨ ਜੀ ਜਿਹੜੇ ਕਈ ਵਾਰ ਮੈਂ ਵੇਖਿਆ ਕਿ ਉੱਥੇ ਬੜੀ ਈਗੋ ਪੈਦਾ ਹੋ ਜਾਂਦੀ ਹੈ ਚਾਰ ਬੰਦੇ ਬੈਠੇ ਉਹਨੂੰ ਹੁੰਦਾ ਕਿ ਲਾਸਟ ਵਰਡ ਸ਼ੁੱਡ ਬੀ ਮਾਈਨ ਇੱਕ ਐਟੀਟਿਊਡ ਹੈ ਜੀ ਐਟੀਟਿਊਡ ਕਿਸ ਤਰੀਕੇ ਨਾਲ ਤੁਸੀਂ ਲੈਂਦੇ ਹੋ ਹਰ ਚੀਜ਼ ਨੂੰ ਕਿਸ ਨਜ਼ਰੀਏ ਨਾਲ ਵੇਖ ਰਹੇ ਹੋ ਇੱਕ ਹੋਰ ਜਿਹੜੀ ਗੱਲ ਆਉਂਦੀ ਹੈ ਕਿ ਮਾਈ ਜਜਮੈਂਟਸ ਆਪਾਂ ਮੇਰੇ ਖਿਆਲ ਭੈਣ ਜੀ ਹੁਣਾਂ ਨੇ ਦੱਸਿਆ ਕਿ ਮਾਈ ਜਜਮੈਂਟਸ ਮੈਂ ਆਪਣੇ ਤਰੀਕੇ ਨਾਲ ਹੀ ਦੁਨੀਆ ਨੂੰ ਵੇਖਦਾ ਦੂਸਰਿਆਂ ਨੂੰ ਵੇਖਦਾ ਤੇ ਮੈਨੂੰ ਉਹਦੇ 'ਚ ਕਮੀਆਂ ਹੀ ਨਜ਼ਰ ਆਉਂਦੀਆਂ ਤੇ ਮੈਨੂੰ ਲੱਗਦਾ ਕਿ ਆਈ ਐਮ ਦਾ ਓਨਲੀ ਵਨ ਹੂ ਇਜ਼
right. My judgment and decisions are always right for. My judgment and decisions. ਤੇ Right. Okay. Good. Thank you ਜੀ। ਤੁਹਾਡਾ ਹੋਰ any other point? yeah, I think- The major point ਹੈ ਨੇ major point ਹੀ ਹੈ। ਹਾਂਜੀ ਦੱਸੋ। ਕਹਿਣਾ ਜੀ ਵੀ ਵੀ ਆਰ ਦ ਬੈਸਟ। We are the best. Yeah. ਤੇ ਇੱਕ ਮਤਲਬ ਕਿ ਮੈਨੂੰ ਨੌਲੇਜ ਹੈਗੀ ਆ, ਆਈ ਹੈਵ ਦ ਨੌਲੇਜ। I have the knowledge. ਪਰ ਇੱਥੇ ਚਲੋ ਐਸਾ ਟੌਪਿਕ ਨਹੀਂ ਹੈ, ਪਰ ਜੇ ਹੁਣ ਮੈਂ ਦਿਨ ਦੇ ਵਿੱਚ 10 ਘੰਟੇ ਫੂਡ ਦੇ ਬਾਰੇ ਪੜ੍ਹਾਂ ਤੇ ਫਿਰ ਮੈਂ ਕਹਾਂਗੀ ਨਾ ਕਿ ਆਈ ਹੈਵ ਅ ਨੌਲੇਜ, ਹੈ ਨਾ। ਨਹੀਂ ਪਰ ਉਹ ਜੇ ਤੁਸੀਂ ਉਹਨੂੰ ਕਿਤੇ ਲਾ ਕੇ ਦੂਜਿਆਂ ਨੂੰ ਸਮਝ ਰਹੇ ਹੋ, ਕਿਤੇ ਕਿਤੇ ਉਹ ਤੁਹਾਡੀ ਨੌਲੇਜ ਤੁਹਾਨੂੰ ਦੂਜਿਆਂ ਨਾਲੋਂ ਵੱਖ ਵੀ ਕਰ ਸਕਦੀ ਹੈ ਨਾ, ਉਹਦਾ ਧਿਆਨ ਰੱਖਣਾ। ਰਾਈਟ ਓਕੇ। ਦਿਸ ਇਜ਼ ਅ ਟੌਪਿਕ ਆਈ ਹੈਵ ਅ ਨੌਲੇਜ, ਅਸੀਂ ਨੂੰ ਸਮਝਾਂਗੇ ਇਸ ਨੂੰ ਵੀ ਥੋੜਾ ਜਿਹਾ। ਓਕੇ ਜੀ, ਹੋ ਗਿਆ ਤੁਹਾਡੇ ਐਨੀ ਅਦਰ ਪੁਆਇੰਟ? ਬਸ ਜੀ, ਬਸ? ਬਾਕੀ ਸਾਰੇ ਓਕੇ, ਅਸੀਂ ਡਿਸਕਸ ਕੀਤੇ ਨੇ ਸਾਡੇ ਵਿੱਚੋਂ ਨੇ ਜੀ ਕਿ ਜਿਨ੍ਹਾਂ ਕੋਲ ਈਗੋ ਹੈ ਉਹਨਾਂ ਦੀ ਲਿਸਨਿੰਗ ਇਜ਼ ਵੈਰੀ ਬੈਡ। ਲਿਸਨਿੰਗ ਇਜ਼ ਵੈਰੀ ਬੈਡ ਉਹਨਾਂ ਦੀ, ਕਿ ਲਿਸਨਿੰਗ ਦੇ ਵਿੱਚੋਂ ਜਿਹੜਾ ਸਿਰਫ ਆਪਣੇ ਕੰਮ ਦਾ ਹੁੰਦਾ ਹੈ। ਤੁਸੀਂ ਸੁਣਿਆ ਹੋਇਆ ਨਾ ਜੋਕ ਉਹ ਵਾਲਾ ਕਿ ਇੱਕ ਮਾਈ ਸੜਕ ਦੇ ਉੱਤੇ ਬੇਹੋਸ਼ ਹੋ ਗਈ ਤੇ ਲੋਕ ਆਏ ਉਹਨੂੰ ਪਾਣੀ ਮਾਰਨ, ਹੈ ਨਾ, ਕੋਈ ਟ੍ਰੀਟਮੈਂਟ ਕਰੇ, ਕੋਈ ਕੁਝ ਕਰੇ ਕਿ ਵੀ ਇਹਨੂੰ ਫਟਾਫਟ ਜਗਾਈਏ। ਤੇ ਇੱਕ ਪਿੱਛੋਂ ਬੰਦਾ ਕਹਿੰਦਾ ਇਹਨੂੰ ਗਰਮ ਗਰਮ ਜਲੇਬੀ ਨੱਕ ਦੇ ਨੇੜੇ ਲੈ ਕੇ ਜਾਓ, ਸੁੰਘਾਓ, ਹੈ ਨਾ, ਤੇ ਖਵਾਓ। ਤੇ ਉਹ ਮਾਈ ਉੱਠ ਕੇ ਕਹਿੰਦੀ ਹੈ ਜੋ ਪਿੱਛੇ ਬੋਲ ਰਿਹਾ ਉਹਨੂੰ ਸੁਣੋ ਨਾ। ਇਸ ਦਾ ਕੀ ਮਤਲਬ? ਮਤਲਬ ਕਿ ਵੀ ਪਿਕ ਜੋ ਤੁਸੀਂ ਚਾਹੁੰਦੇ ਹੋ ਸਿਰਫ ਉਸੇ ਗੱਲ ਨੂੰ ਪਿਕ ਕੀਤਾ, ਬਾਕੀ ਸਾਰੀਆਂ ਇਗਨੋਰ। ਜਲੇਬੀ ਖਾਣਾ ਚਾਹੁੰਦੀ ਸੀ ਨਾ ਲੇਡੀ, ਤੇ ਉਹ ਐਵੇਂ ਵੀਰ ਪਾਣੀ ਭੁਪਿੰਦਰ ਬੁਲਾਈ ਸਿੰਘ ਜੀ ਨੇ ਜਾਂਦੇ ਸਭ ਤੋਂ ਸੀ। ਪਹਿਲੇ ਕਿਤਾਬ ਲਿਖੀ ਸੀ 4 ਲਾਵਾਂ ਦੇ ਉੱਤੇ, ਤੇ ਇੰਨੀ ਵੱਡੀ ਕਿਤਾਬ ਸੀ, ਮਤਲਬ ਦੇ ਵਿੱਚ ਜੋ ਅਰਥ ਲਿਖੇ ਸੀ ਸਭ ਕੁਝ। ਮੈਨੂੰ ਇੱਕ ਬੀਬੀ ਦਾ ਫੋਨ ਆਇਆ ਕਿ ਇਹਨਾਂ ਦੀ ਕਿਤਾਬ ਦੇ ਮੁਤਾਬਕ ਕੁੜੀ ਮੁੰਡਾ 19 ਔਰ 21 ਸਾਲ ਦੇ ਹੋਣ ਤਾਂ ਉਹ ਵਿਆਹਣ ਜੋਗੇ ਹੋ ਜਾਂਦੇ ਨੇ, ਤੇ ਮੇਰਾ ਮੁੰਡਾ 21 ਸਾਲ ਦਾ ਹੋ ਗਿਆ, ਸੋ ਕੈਨ ਯੂ ਫਾਈਂਡ ਅ ਗਰਲ ਫॉर ਹਰ। ਮੈਂ ਕਿਹਾ ਤੇ ਬਾਕੀ ਜਿਹੜੇ ਪੁਆਇੰਟ ਲਿਖੇ ਨੇ ਅਕਲ ਦੇ ਉਹ ਆ ਗਏ ਉਹ ਤੁਸੀਂ ਗਵਾ ਦਿੱਤੇ ਵੀ ਉਹ ਤੁਹਾਡੇ ਮੁੰਡੇ ਕੋਲ ਹੈ। ਸੋ ਵੀ ਪਿਕ ਅਪ ਵਿੱਚੋਂ ਸਿਰਫ ਆਪਣੇ ਫਾਇਦੇ ਵਾਲੀ ਕਰ। ਕਿਹੜੀ ਬੁੱਕ? ਆਈ ਅਸੀਂ ਗੁਰਬਾਣੀ ਨਾਲ ਵੀ ਕਰਨੀ ਹੁੰਦੀ ਹੈ, ਹਾਂਜੀ। ਜਿਹੜੇ ਆਪਾਂ ਗੁਰਬਾਣੀ ਨਾਲ ਚੁੱਕ ਲੈਂਦੇ। ਸੋ ਇਹਨੂੰ ਕਹਿੰਦੇ ਨੇ ਕਿ ਲਿਸਨਿੰਗ ਇਜ਼ ਵੈਰੀ ਬੈਡ। ਯੂ ਓਨਲੀ ਲਿਸਨ ਜੋ ਤੁਸੀਂ ਜਿੰਨਾ ਤੁਹਾਨੂੰ ਫਾਇਦਾ ਦੇਵੇ, ਬਾਕੀ ਤੁਸੀਂ ਨਹੀਂ ਸੁਣਦੇ ਹੋ, ਈਗੋਇਸਟਿਕ ਪਰਸਨ ਦਾ। ਤੇ ਦੂਜਾ ਅਸੀਂ ਲਿਖਿਆ ਹੈ ਕਿ ਨਾਟ ਇੰਟਰਸਟਿਡ ਇਨ ਸੱਚ, ਜਿੱਥੇ ਸੱਚ ਦੀਆਂ ਗੱਲਾਂ ਹੋਣ ਉੱਥੇ ਉਹਨੂੰ ਕੋਈ ਇੰਟਰਸਟ ਨਹੀਂ ਹੁੰਦਾ, ਬਿਕਾਜ਼ ਉਹਦੀ ਆਪਣੀ ਈਗੋ ਨੂੰ ਬੋਦਰ ਕਰਦੀ ਹੈ ਟੂ ਮੱਚ। ਤੇ ਇਨ ਈਗੋ ਯੂ ਸੇ ਮੋਰ ਦੈਨ ਵਾਟ ਇਜ਼ ਦ ਟਰੁਥ। ਇਨ ਈਗੋ ਦੇ ਵਿੱਚ ਤੁਸੀਂ ਗੱਲ ਨੂੰ ਵਧਾ ਚੜਾ ਕੇ ਕਰਦੇ ਹੋ। ਸੋ ਅਸੀਂ ਐਗਜ਼ਾਮਪਲ ਬਣਾਇਆ, ਜਿਵੇਂ ਆਪਣੇ ਬੱਚੇ ਦੀ ਪ੍ਰੇਜ਼ ਕਰਨੀ ਹੁੰਦੀ ਹੈ, ਤੇ ਜੇਕਰ ਉਹ ਪ੍ਰੇਜ਼ ਦੇ ਵਿੱਚ ਓਕੇ 2 ਗੱਲਾਂ ਚੰਗੀਆਂ ਨੇ ਪਰ ਕਿਸੇ ਨੂੰ ਸੁਣਾਉਣ ਲੱਗੇ ਤੇ 4 ਹੀ ਕਹਿ ਦਿੰਦੇ ਆ ਕਿਉਂਕਿ ਆਪਣਾ ਬੱਚਾ ਹੈ। ਕੁਛ ਕੋਲੋਂ ਲਾ ਲੈਂਦੇ ਹੋਰ। ਹਾਂ, ਕੁਝ ਕੋਲੋਂ ਲਾ ਲੈਂਦੇ ਆ। ਯੈਸ, ਸੋ ਦੈਟਸ ਈਗੋ। ਓਕੇ ਜੀ, ਸੋ ਐਕਸਰਸਾਈਜ਼ ਦੇ ਉੱਤੇ ਗੁੱਡ ਲੁੱਕਸ ਵਾਸਤੇ ਵੀ ਹੋ ਸਕਦੀ ਹੈ ਉਹ ਸਾਰਾ ਕੁਝ ਤੁਹਾਡਾ ਬ੍ਰਾਂਡ ਨੇਮਸ ਦੇ ਨਾਲ ਹੀ ਆ ਗਿਆ ਨਾ। ਆਊਟਰ ਦੇ ਠੀਕ ਹੈ। ਵਿੱਚ ਹੀ ਅਸੀਂ ਬਣਾ ਲਾਂਗੇ ਦਾ ਪ੍ਰੋਪਰ ਟਾਈਪ ਕਰਕੇ ਨਾ ਇਹਨੂੰ ਕ੍ਰੀਏਟ ਕਰ ਲਾਂਗੇ। ਅੱਛਾ, ਅਗਲਾ ਮੈਂ ਤੁਹਾਨੂੰ ਕਿਹਾ ਸੀ ਕਿ ਯੂ ਰੈਂਕ ਯੋਰਸੈਲਫ ਐਂਡ ਦੈਨ ਆਸਕ ਦ ਅਦਰ ਪਰਸਨ। ਤੁਹਾਨੂੰ ਜੋ ਕੋਈ ਡਿਫਰੈਂਸ ਮਿਲਿਆ ਕਿ ਦੂਜਾ ਬੰਦਾ ਤੁਹਾਡੇ ਬਾਰੇ ਕੀ ਸੋਚਦਾ, ਤੁਸੀਂ ਕਿੱਥੇ ਰੈਂਕ ਕਰਦੇ ਹੋ? ਮੇਰਾ ਕੁਐਸਚਨ ਹੈ ਨਾ, ਇਹ ਜਜਮੈਂਟ ਹੈ। मैं तो रैंक ही नहीं कर सकी, ये बता नहीं, I couldn't. ਇਹ ਜਜਮੈਂਟ ਹੈ ਨਾ। Yeah. ਪਰ ਤੁਸੀਂ ਦੱਸ ਤਾਂ ਦਿੱਤਾ ਨਾ ਕਿ ਇਟਸ ਨਾਟ ਈਗੋ। Yeah. It It's doesn't more sound of a- ego. Desires. ਮੇਬੀ ਐਟ ਅ ਸਟਲ ਲੈਵਲ ਕਿਤੇ ਤਾਂ ਅੱਜ ਜਿਤਨੇ ਦੁਨੀਆ ਦੇ ਵਿੱਚ ਮੁਸ਼ਕਲ ਆ ਰਹੇ ਨਾ, ਸਭ ਤੋਂ ਟੌਪ ਮੋਸਟ ਚੈਲੰਜ ਕੀ ਹੈ? ਰਿਲੇਸ਼ਨਸ਼ਿਪ ਅੱਜ ਦੇ ਟਾਈਮ ਵਿੱਚ। ਜਿੰਨੀ ਲੋਕਾਂ ਦੀ ਪੜ੍ਹਾਈ ਵੀ ਹੋ ਜਾਂਦੀ ਹੈ ਨਾ, ਉਹ ਵੀ ਕਰੀਅਰ ਵੀ ਬਣ ਜਾਂਦੇ ਨੇ, ਕਿੱਥੇ ਮਾਰ ਖਾਂਦੇ ਨੇ? ਇਨ ਰਿਲੇਸ਼ਨਸ਼ਿਪ। ਬਿਕਾਜ਼ ਇਹ ਜਿਹੜੇ ਅਨੇਕ ਵੇਸ ਕਰਕੇ ਆਉਂਦੀ ਹੈ ਨਾ ਈਗੋ, ਇਹ ਦਿਸਦੀ ਨਹੀਂ ਹੈ। ਸੋ ਅਸੀਂ ਅਗਲੀ ਕਲਾਸ ਦੇ ਵਿੱਚ ਹਾਂਜੀ, ਫਿਰ ਇਹਦੇ ਵਿੱਚ ਇੱਕ ਚੀਜ਼ ਇਹ ਵੀ ਹੈ ਨਾ, ਜਿਵੇਂ ਖਾਸ ਕਰਕੇ ਲੇਡੀਜ਼ ਕਹਿੰਦੀਆਂ ਕਿ ਮੇਰੇ ਪੇਰੈਂਟਸ ਬਹੁਤ ਅਮੀਰ ਹੈ ਤੁਹਾਡੇ ਨਾਲੋਂ, ਉਹ ਵੀ ਹੋ ਸਕਦਾ ਨਾ। yes ਜਾਂ ਵੀ Yes, ਬਿਲਕੁਲ। ਹਾਂਜੀ। ਐਂਡ ਵਾਕਈ फिर भी money आ गई, value आ गई, putting yourself up, that is ego. ਬਿਕਾਜ਼ ਮੈਂ ਤੁਹਾਨੂੰ ਸਭ ਤੋਂ ਪਹਿਲੇ ਕਰਕੇ ਦਿਖਾਇਆ ਨਾ ਕਿ ਫਾਲਸ ਆਇਡੈਂਟੀਟੀ। Yeah. ਵੇਅਰ ਡੂ ਆਈ ਆਇਡੈਂਟੀਫਾਈ ਮਾਈ ਸੈਲਫ? Right. ਐਂਡ ਸਾਨੂੰ ਭੈਣ ਜੀ ਇਹੀ ਪਾਇਆ ਗਿਆ ਸੀ, ਹੈ ਨਾ, ਖੁਖਰੈਣਾ ਦੇ ਬੱਚੇ ਐ, 4 ਫੈਮਲੀਆਂ 'ਚ ਹੀ ਵਿਆਹ ਹੋਣਾ ਹੈ। Yeah. ਦੈਟਸ ਵਾਟ ਹੈਜ਼ ਬੀਨ ਇੰਜੈਕਟਡ। ਪੇਰੈਂਟਸ ਨੇ ਹੋਰ ਦੇਖਣਾ ਹੀ ਨਹੀਂ। ਜਿਹੜੇ ਤੁਸੀਂ ਕਹਿ ਰਹੇ ਸੀ ਨਾ ਟਰੂ ਆਈਡੀ,
ਤੁਸੀਂ ਇੱਕ ਆਪਣੀ Identity- ਉਹ ਜਿਹੜੀ ਉਹ ਦੁਬਾਰਾ ਬੋਲੋ ਕਿ ਕੀ ਓਕੇ ਸੀ ਮੈਂ Like ਇਹ ਕਹਿ ਰਹੀ ਸੀ ਸਬਰ, ਸੰਤੋਖ। ਦੇਖੋ ਅਸੀਂ ਹੁਣ ਕੀ ਕਰ ਰਹੇ ਹਾਂ, ਇੱਕ ਨਵਾਂ ਮਨ ਦਾ ਆਧਾਰ ਬਣਾ ਰਹੇ ਹਾਂ। Right. ਨਵੇਂ ਮਨ ਦੇ ਆਧਾਰ ਵਾਸਤੇ ਅਸੀਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਨ ਵਾਸਤੇ ਜੋ ਵਰਡਲੀ ਚੀਜ਼ਾਂ ਨੇ ਕਿ ਇੰਦਰਪਾਲ ਕੌਰ 5 ਫੁੱਟ 4 ਇੰਚ ਗੋਰਾ ਰੰਗ BSc ਐਜੂਕੇਸ਼ਨ ਤੋਂ ਨਹੀਂ ਲੈਣੀ। ਮਾਈ ਆਇਡੈਂਟੀਟੀਜ਼ ਕਿ ਮਾਈ ਸੋਰਸ ਕੀ ਹੈ, ਮੈਂ ਕਿੱਥੋਂ ਆਈ ਹਾਂ, ਪੈਦਾ ਕਿੱਥੋਂ ਹੋਈ ਹਾਂ। ਜਿਵੇਂ ਅਸੀਂ ਗੱਲ ਕੀਤੀ ਸੀ ਨਾ, ਆਈ ਐਮ ਅ ਡ੍ਰੌਪ ਇਨ ਦ ਓਸ਼ਨ, ਸੋ ਡ੍ਰੌਪ ਇਜ਼ equally valuable than as the ocean is। ਮੇਰੇ ਗੁਣ ਐਗਜ਼ੈਕਟਲੀ ਓਸ਼ਨ ਵਾਲੇ ਹੀ ਹੋਣੇ ਚਾਹੀਦੇ ਨੇ। ਐਂਡ ਗੁਰਬਾਣੀ ਦੇ ਵਿੱਚ ਸਾਨੂੰ ਗੁਰਬਾਣੀ ਪੂਰਾ ਇੱਕ ਪਰਿਵਾਰ ਦੱਸਦੀ ਹੈ, ਜਿਹਦੇ ਵਿੱਚ ਮਾਤਾ ਪਿਤਾ ਭੈਣ ਭਰਾ ਉਹ ਸਾਰੇ ਇੱਕ ਗੁਣਾ ਵਾਲਾ ਹੁੰਦਾ ਹੈ। ਸੋ ਵੇਅਰ ਡੂ ਆਈ ਸਟੈਂਡ? ਉੱਥੇ ਮੇਰੀ ਆਇਡੈਂਟੀਟੀ ਸ਼ੇਕਨ ਅਪ ਹੋ ਜਾਂਦੀ ਹੈ। ਉੱਥੇ ਮੈਨੂੰ ਮੇਰੀ ਈਗੋ ਸਮਝ ਆਉਂਦੀ ਹੈ ਕਿ ਆਈ ਐਮ ਨਾਟ ਰੈਡੀ ਟੂ ਗੈਟ ਇਨਟੂ ਦਿਸ ਮੋਡ। ਮੈਂ ਆਪਣੀ ਟੋਲਰੈਂਸ ਨਹੀਂ ਵਧਾਉਣਾ ਚਾਹੁੰਦੀ, ਹੈ ਨਾ। ਸੋ ਇਹ ਸਾਡੀਆਂ ਆਈ ਥਿੰਕ ਜਿਹੜੀਆਂ 5 ਪੌੜੀਆਂ ਦਾ ਅੱਜ ਅਸੀਂ ਪਾਠ ਕੀਤਾ, ਜਿਹੜੀਆਂ ਕਿ ਸਾਨੂੰ ਆਉਂਦੀਆਂ ਸਨ। ਸੋ ਵਟ ਆਈ ਐਮ ਐਕਸਪੈਕਟਿੰਗ ਇਨ ਦਾ ਹੋਮਵਰਕ, ਪਲੀਜ਼ ਜਿਨ੍ਹਾਂ ਨੂੰ 5 ਨਹੀਂ ਆਉਂਦੀਆਂ 5 ਯਾਦ ਕਰ ਲਓ ਰਾਤ ਨੂੰ, ਕੋਈ ਮੁਸ਼ਕਲ ਨਹੀਂ ਹੈ। ਲੇਟਣ ਵਕਤ ਪੜ੍ਹ ਕੇ ਜਾਂ ਟੇਪ ਰਿਕਾਰਡਰ ਚਲਾ ਕੇ ਤੇ ਨਾਲ ਦੇ ਨਾਲ 6ਵੀਂ ਵੀ ਲਰਨ ਕਰ ਲਓ, ਇੱਕ ਐਕਸਟਰਾ 6ਵੀਂ